वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਬਲਿਓ ਚਿਰਾਗ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 20। ਭਾਗ ਦੂਜਾ। ਤਲਵੰਡੀ ਵਿੱਚ 32 ਵਰੇ। ਤਲਵੰਡੀ ਰਾਏ ਭੋਏ ਦੀ ਤਲਵੰਡੀ ਭਾਗਾਂ ਵਾਲੀ ਹੈ, ਜਿੱਥੇ ਬਾਬਾ ਨਾਨਕ ਨੇ ਪ੍ਰਗਟ ਹੋ ਕੇ ਪਹਿਲਾਂ ਉਸ ਨੂੰ ਕਰਮਾਂ ਵਾਲੀ ਬਣਾਇਆ ਹੈ ਅਤੇ ਫਿਰ ਉਸੇ ਨੂੰ ਪਿੱਛੋਂ ਨਾਨਕ ਦਾ ਘਰ ਨਨਕਾਇਣ ਹੋਣ ਦਾ ਮਾਣ ਮਿਲਿਆ। ਮਹਾਕੋਸ਼ ਦੇ ਲਿਖਾਰੀ ਨੇ ਨਨਕਾਣਾ ਨਾ ਲਿਖ ਕੇ ਨਨਕਾਇਣਾ ਹੀ ਲਿਖਿਆ ਹੈ। ਜੱਜਦਾ ਵੀ ਇਹੀ ਹੀ ਹੈ, ਕਿਉਂਕਿ ਆਰੰਭ ਦਾ ਲਮੇਰਾ ਵਸੇਬਾ ਗੁਰੂ ਨਾਨਕ ਦੇਵ ਜੀ ਨੇ ਉੱਥੇ ਹੀ ਕੀਤਾ ਸੀ। ਭਾਵੇਂ ਉਹ ਪਿੱਛੋਂ ਕਰਤਾਰਪੁਰ ਜਾ ਵਸੇ, ਪਰ ਸ਼ਬਦਾਰਥ ਦੇ ਲਿਖਾਰੀ ਇਹ ਲਿਖਦੇ ਹਨ ਕਿ ਆਪਣੀ ਜਨਮ ਭੂਮੀ ਨਨਕਾਣਾ ਸਾਹਿਬ ਦੇ ਬ੍ਰਿਸ਼ ਬੂਟੇ ਅਤੇ ਨਜ਼ਾਰੇ ਉਹਨਾਂ ਦੇ ਸਾਹਮਣੇ ਹੀ ਰਹੇ। ਫਿਰ ਇਹ ਸੁਭਾਗ ਵੀ ਰਾਏ ਭੋਏ ਨੂੰ ਪ੍ਰਾਪਤ ਹੈ ਕਿ ਉੱਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਬਾਲ ਸਮਾਂ ਅਤੇ ਚੜ੍ਹਦੀ ਜਵਾਨੀ ਦੇ ਸਾਲ ਗੁਜ਼ਾਰੇ। ਇੱਕ ਅੰਦਾਜ਼ੇ ਮੁਤਾਬਕ ਆਪ ਜੀ ਉੱਥੇ 32 ਵਰੇ ਰਹੇ। ਜਨਮ ਸਾਖੀ ਵਾਲਿਆਂ ਨੇ ਉਹਨਾਂ ਦੇ ਉੱਥੇ ਗੁਜ਼ਾਰੇ ਹਰ ਪਲ, ਹਰ ਦਿਨ, ਹਰ ਮਹੀਨੇ ਅਤੇ ਹਰ ਸਾਲ ਦਾ ਵਰਣਨ ਵੇਰਵੇ ਸਾਹਿਤ ਲਿਖਿਆ ਹੈ। ਉਹ ਤਲਵੰਡੀ ਹੀ ਸੀ ਜਿੱਥੇ ਪਹਿਲੀ ਵਾਰੀ ਹਉ ਤੇਰਾ ਤੇਰੋ ਨਾਉ ਦੀ ਧੁਨੀ ਉੱਠੀ। ਦੁਨੀਆ ਨੇ ਬਹੁਤਿਆਂ ਨੂੰ ਅਹਮ ਬ੍ਰਹਮ, ਅਲਨ ਹਕ, ਅੱਲਾਹ ਦਾ ਰਸੂਲ, ਰੱਬ ਦਾ ਪੁੱਤਰ ਹੀ ਕਹਿੰਦੇ ਸੁਣਿਆ ਸੀ, ਪਰ ਇਸ ਵਾਰੀ ਤਲਵੰਡੀ ਵਿੱਚ ਹਉ ਤੇਰਾ ਤੇਰੋ ਨਾਉ ਕਹਿਣ ਵਾਲਾ ਆਇਆ ਸੀ, ਜਿਸ ਪ੍ਰਗਟ ਹੁੰਦੇ ਸਾਰ ਇੱਕ ਉਂਗਲੀ ਉੱਚੀ ਕਰ ਇੱਕ ਦੇ ਲੜ ਲਗਾਇਆ ਸੀ। ਇੱਕ ਉਗਰੀ ਉੱਚੀ ਦਿਖਾਈ। ਮਾਤਾ ਤ੍ਰਿਪਤਾ ਨੇ ਤਾਂ ਤ੍ਰਿਪਤ ਹੋਣਾ ਹੀ ਸੀ, ਪਰ ਦੌਲਤਾਂ ਦਾਈ ਅਤੇ ਤੁਲਸਾ ਨੂੰ ਜੋ ਜਲਵੇ ਦੀ ਦੌਲਤ ਮਿਲੀ, ਉਸ ਨਾਲ ਉਹ ਖਿੜ ਹੀ ਗਈਆਂ। ਮਹਿਤਾ ਕਾਲੂ ਨੇ ਜਦ ਦੌਲਤਾਂ ਦਾਈ ਨੂੰ ਥਾਲ ਵਿੱਚ ਰੱਖ ਕੇ ਰੁਪਏ ਦੇਣੇ ਚਾਹੇ ਤਾਂ ਉਸਨੇ ਕਿਹਾ ਸੀ, ਰਹਿਣ ਦੇ ਮਹਿਤਾ, ਉਹ ਤਾਂ ਰੱਜੀ ਗਈ, ਨਿਹਾਲ ਹੋਏ ਗਈ। ਦੌਲਤਾਂ ਨੇ ਮਹਿਤਾ ਕਾਲੂ ਜੀ ਨੂੰ ਇੱਥੇ ਹੀ ਆਖਿਆ ਸੀ, ਮਹਿਤਾ, ਇਹਨਾਂ ਹੱਥਾਂ ਨਾਲ ਕਿਤਨੇ ਹੀ ਬੱਚਿਆਂ ਨੂੰ ਜਨਮ ਦਿਲਵਾਇਆ ਹੈ, ਪਰ ਅਜਿਹਾ ਕੌਤਕ ਕਦੇ ਨਹੀਂ ਹੋਇਆ ਜੋ ਅੱਜ ਹੋਇਆ। ਮੈਨੂੰ ਇੰਜ ਹੌਲੇ ਹੌਲੇ ਮੁਸਕਰਾ ਕੇ ਮਿਲੇ ਜਿਵੇਂ ਕੋਈ ਬਿਰਧ ਬਾਬਾ ਹੁੰਦਾ ਹੈ। ਮੇਰੇ ਨਾਲ ਗੱਲਾਂ ਵੀ ਕੀਤੀਆਂ। ਜਨਮ ਸਾਖੀ ਵਾਲਾ ਇਹ ਵੀ ਲਿਖਦਾ ਹੈ ਕਿ ਅਨਹਦ ਸ਼ਬਦ ਵਾਜੇ। 33 ਕਰੋੜ देवत्यां नमस्कार किया, गुप्त प्रगटाओ नमस्कार किया, सिद्धे साध कहो नमस्कार किया, कोट करोड़ी बेसनह नमस्कार किया। पंथ प्रकाश के शब्दों विच पंडित देखण आया तो उस कहा, इस अदब रखियो, यह कोई पूर्ण पुरख है अयो, नह कलंक जन यह भयो आप, जापत इसको इतो प्रताप। प्राचीन पंथ प्रकाश विच ही लिखिया है कि जिथे जा अविल गडन को पृथ्वी खुनाई, ताहां दरब तिस नदरी आई। भाई गुरदास जी के लिखण अनुसार मिट्टी धुंद जग चानण होआ अते गुरु अर्जन देव जी के शब्दां अनुसार जम्मिया पूत भगत गोविंद का। फिर तलवंडी विच बालकां नाल खूंडी दी खेड नहीं, जीवन दीयां खेडां दीयां गल्लां होईयां। लोकी बाल नानक दीयां गल्लां सुण विस्माद विच चले जांदे, जांदे जांदे राही रुक जांदे। जिस दे कन्नां विच कोई वचन पैंदा ओह विन्निया ही जांदा। पांदे ने 35 पाई तां गुरु जी ने पूरी पट्टी लिख दित्ती। पांदे ने पांदियां नूं पंद दर्शाउणा है, पर जे ओह आप ही उखड़िया उखड़िया गवाचिया गवाचिया रहेगा तां पंद किवें साज सकेगा। तलवंडी विच ऐसी पट्टी लिखी कि राह ही सुखाला कर दिता। विद्या प्रणाली नूं सवारण वाले जद तक उसे पट्टी लिखी ते नहीं लिखणगे, तद तक विद्यार्थियों दे अंदोलन हुंदे ही रहणगे। विद्यार्थी पढ़ लिख के भी अनपढ़ ही रहणगे। उत्थे ही बाबे ने अलफ अते एके दे अर्थ समझाए। मज्जियां दे उत्थे ही छेड़ू बने अते खूह भी उत्थे ही गेड़े। बार विच कड़कदी धुप्पे किधरे झट अख लगी। बिंडे बोलदे उत्थे ही सुने। वपार भी उत्थे ही कीता, हट्टी भी उत्थे ही पाई। कीर्तन ने भी उत्थे ही जन्म लिया। दाना उत्थे ही मरदाना बनिया। गृहस्थ दा रहस्य भी उत्थे ही खुलिया।
ਰਾਏ ਬੁਲਾਰ ਨੇ ਨਿਤ ਚੜ੍ਹਦੇ ਸੂਰਜ ਉੱਥੇ ਹੀ ਝਲਕਾਰੇ ਡਿੱਠੇ। ਸਦੀਆਂ ਤੋਂ ਪਾਇਆ ਪ੍ਰੋਹਤਵਾਦ ਅਤੇ ਬ੍ਰਹਮਵਾਦ ਦਾ ਜੂਲਾ ਵੀ ਉੱਥੇ ਹੀ ਉਤਾਰਿਆ। ਕਿਰਤ ਅਤੇ ਕਿਰਤੀ ਨੂੰ ਉੱਥੇ ਹੀ ਇੱਕ ਦੂਜੇ ਨਾਲ ਜੋੜਿਆ ਗਿਆ। ਪ੍ਰਕਾਸ਼ ਤਲਵੰਡੀ ਵਿਖੇ ਬਾਬੇ ਦਾ ਜਨਮ ਅੰਮ੍ਰਿਤ ਵੇਲੇ ਹੋਇਆ। ਵਿਸਾਖ ਸੁਦੀ 3 ਸੀ। ਸੰਮਤ 1526 ਸਨ 1469 ਅਤੇ ਅਪ੍ਰੈਲ ਦੀ 15 ਸੀ। ਦਿਨ ਬੁੱਧਵਾਰ ਸੀ। ਖੁਸ਼ੀ ਦੇ ਵਾਜੇ ਵੱਜੇ। ਇਵੇਂ ਹੋਇਆ ਜਿਵੇਂ 8 ਬੱਤੀਆਂ ਵਾਲੇ ਸ਼ਮਾਦਾਨ ਦੀ ਰੌਸ਼ਨੀ ਸੂਰਜ ਚੜ੍ਹਿਆ ਨਿੰਮੀ ਹੀ ਪੈ ਜਾਂਦੀ ਹੋਵੇ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪ ਅੰਧੇਰ ਪਲੋਆ ਵਾਲੀ ਗੱਲ ਹੋਈ ਸੀ। ਕਈ ਜੀਵ ਦਿਲਦਰੀ ਸਨ, ਉਹ ਧਨਵੰਤ ਹੋਏ। ਕਈ ਜੀਵ ਰੋਗੀ ਸਨ, ਉਹ ਅਰੋਗ ਹੋਏ। ਪ੍ਰਿਥਵੀ ਨੇ ਆਪਣੇ ਆਪ ਨੂੰ ਹੌਲਾ ਹੌਲਾ ਮਹਿਸੂਸ ਕੀਤਾ। ਉਸ ਵੇਲੇ ਰਾਜ ਬਹਿਲੋਲ ਲੋਧੀ ਦਾ ਸੀ। ਬਹਿਲੋਲ ਲੋਧੀ ਚੁਗਤਈ ਘਰਾਣੇ ਦੇ ਸਰਗਵਾਸੀ ਅਮੀਰ ਤੈਮੂਰ ਸਾਹਿਬੇ ਕਿਰਾਂ ਦੇ ਪੋਤਰੇ ਸ਼ੇਖ ਉਮਰ ਦੀ ਸੰਤਾਨ ਵਿੱਚੋਂ ਸੀ। ਉਸ ਵੇਲੇ ਪਿੰਡ ਰਾਏ ਭੋਏ ਭੱਟੀ ਦੀ ਤਲਵੰਡੀ ਕਰਕੇ ਵੱਜਦਾ ਸੀ। ਤਲਵੰਡੀ ਦੁਆਬਾ ਵਿੱਚ ਨਬੀਪੁਰ ਕੁਰੇਸ਼ਾਂ ਦੇ ਲਾਗੇ ਹੀ ਸੀ। ਦੁੱਲਾ ਭੱਟੀ ਦੀ ਵਾਰ ਕਰਕੇ ਵੀ ਇਲਾਕਾ ਜਾਣਿਆ ਜਾਂਦਾ ਸੀ। ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਸ਼ੇਖੂਪੁਰਾ ਦੇ ਪਰਗਣੇ ਵਿੱਚ ਤਲਵੰਡੀ ਪੈਂਦੀ ਸੀ। ਕੁਝ ਚਿਰ ਇਸ ਦਾ ਨਾਂ ਰਾਏਪੁਰ ਵੀ ਰਿਹਾ, ਫਿਰ ਰਾਏ ਭੋਏ ਵੀ ਰਿਹਾ। ਪਰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਿੱਛੋਂ ਨਨਕਾਣਾ ਅਤੇ ਬਾਅਦ ਵਿੱਚ ਨਨਕਾਣਾ ਸਾਹਿਬ ਹੋ ਗਿਆ। ਸੰਸਾਰੀ ਬੱਚੇ ਜੰਮਣ ਵੇਲੇ ਰੋ ਰੋ ਕੇ ਦੁਨੀਆ ਵਿੱਚ ਆਪਣਾ ਆਉਣਾ ਦੱਸਦੇ ਹਨ, ਪਰ ਬਾਬਾ ਤਾਂ ਨਿਰੰਕਾਰੀ ਬਾਲ ਸੀ। ਉਸ ਦੀ ਆਮਦ ਨਾਲ ਜਿੱਥੇ ਸਭ ਸ੍ਰਿਸ਼ਟੀ ਨੂੰ ਸੁੱਖ ਮਿਲਿਆ, ਉੱਥੇ ਦੁਨੀਆ ਨੂੰ ਇੱਕ ਪੈਗਾਮ ਵੀ ਮਿਲਿਆ। ਮਿਹਰਬਾਨ ਦੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਉਹਨਾਂ ਜਨਮ ਲੈਂਦੇ ਸਾਰ 2 ਬਚਨ ਆਖੇ। ਉਹ ਬਚਨ ਹੀ ਉਹਨਾਂ ਦੇ ਜੀਵਨ ਭਰ ਦਾ ਮੁੱਖ ਨਾਰਾ ਬਣਿਆ ਰਿਹਾ। ਜਨਮ ਵੇਲੇ ਦਾ ਮਹਾਨ ਵਾਕ ਸੀ, ਹਉ ਤੇਰਾ ਤੇਰੋ ਨਾਉ। ਸੈਯਦ ਮੁਹੰਮਦ ਲਤੀਫ ਲਿਖਦਾ ਹੈ ਕਿ ਬਾਬੇ ਦੇ ਮੁਖ ਵਿੱਚ ਸਦਾ ਤੂੰ ਨਿਰੰਕਾਰ ਕਰਤਾਰ ਨਾਨਕ ਬੰਦਾ ਤੇਰਾ ਹੀ ਰਹਿੰਦਾ ਸੀ। ਤਾਰੀਖ ਪੰਜਾਬ ਵਿੱਚ ਲਿਖਿਆ ਮਿਲਦਾ ਹੈ ਕਿ ਮਰਦਾਨੇ ਦੀ ਰਬਾਬ ਹਰ ਸਮੇਂ ਨਾਨਕ ਬੰਦਾ ਤੇਰਾ ਹੀ ਗੁਜਾਉਂਦੀ ਰਹਿੰਦੀ ਸੀ। ਜਦ ਵੀ ਗੁਰੂ ਨਾਨਕ ਜੀ ਮਰਦਾਨਾ ਜੀ ਨੂੰ ਰਬਾਬ ਛੇੜਨ ਲਈ ਹੁਕਮ ਦਿੰਦੇ ਤਾਂ ਕਹਿੰਦੇ, ਮਰਦਾਨਿਆਂ ਛੇੜ ਰਬਾਬ ਕਾਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ। ਜਨਮ ਵੇਲੇ ਕਿਸੇ ਨੂੰ ਸੋਝੀ ਹੀ ਨਹੀਂ ਆਈ ਕਿ ਉਹ ਕੀ ਆਖ ਰਹੇ ਸਨ। ਦੁਨੀਆ ਤਾਂ ਮੈਂ ਮੇਰੀ ਨੂੰ ਹੀ ਜਾਣਦੀ ਸੀ। ਇੱਥੇ ਤੇਰਾ ਤੇਰਾ ਹਉ ਤੇਰਾ ਤੇਰਾ ਨਾਉ ਕਹਿਣ ਕਹਾਉਣ ਵਾਲਾ ਆ ਪੁੱਜਾ ਸੀ। ਇਹ ਗੱਲ ਹੁਣ ਤੱਕ ਜਗਤ ਸਮਝ ਨਹੀਂ ਸੀ ਸਕਿਆ ਕਿ ਦੁੱਖਾਂ ਦਾ ਮੂਲ ਕਾਰਨ ਮੈਂ ਹੈ ਤੇ ਸੁੱਖਾਂ ਦਾ ਰਾਹ ਤੇਰਾ ਤੇਰਾ ਵਿੱਚ ਹੈ। ਵੇਦਾਂਤੀ ਜਦ ਸਿਖਰ ਨੂੰ ਛੂੰਹਦਾ ਹੈ ਅਤੇ ਅਹੰ ਬ੍ਰਹਮ ਕਹਿੰਦਾ ਹੈ, ਸੂਫੀ ਅਲਨ ਹੱਕ ਮੈਂ ਖੁਦਾ ਹਾਂ। ਸਿੱਖ ਜਦ ਸਿਖਰ ਨੂੰ ਛੂੰਹਦਾ ਹੈ ਤਾਂ ਤੂੰ ਤੂੰ ਤੇਰਾ ਤੇਰਾ ਆਖਦਾ ਹੈ। ਬਚਪਨ ਕਦੇ ਰੋ ਕੇ ਬਾਲਕ ਬਾਬੇ ਦੁੱਧ ਨਾ ਮੰਗਿਆ, ਐਸੇ ਸੰਤੁਸ਼ਟ ਰਹਿਣਾ ਕਿ ਜਦੋਂ ਮਾਂ ਨੇ ਪਿਲਾਉਣਾ ਤਦੋਂ ਹੀ ਪੀਣਾ। ਸੰਤੋਖ ਘਰ ਉਹਨਾਂ ਦਾ ਜਨਮ ਸੀ ਅਤੇ ਸੰਤੋਖ ਨੂੰ ਹੀ ਉਹਨਾਂ ਜੀਵਨ ਸਾਥੀ ਬਣਾਇਆ ਸੀ। ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿੱਚ ਸਹਿਜ ਸਉ ਦੇਈ ਨਾ ਦੇਈ ਨਹੀਂ ਤਾਂ ਤੇਰਾ ਨਾਉ ਤੇਰੋ ਨਾਉ ਹੀ ਕਹਿੰਦੇ ਰਹਿਣ। ਉਹਨਾਂ ਨੂੰ ਦੇਖ ਕੇ ਹੀ ਸਾਰਿਆਂ ਨੂੰ ਸ਼ਾਂਤੀ ਮਿਲ ਰਹੀ ਸੀ। 9 ਦਿਨਾਂ ਦੇ ਹੋਏ ਤਾਂ ਨਾਮ ਰੱਖਣ ਲਈ ਪੰਡਤ ਆਇਆ। ਪੰਡਤ ਹਰਦਿਆਲ ਨੇ ਨਾਂ ਨਾਨਕ ਰੱਖਿਆ। ਮਹਿਤਾ ਕਾਲੂ ਨੇ ਉਸੇ ਵੇਲੇ ਆਖ ਦਿੱਤਾ, ਪੰਡਤ ਜੀ ਇਹ ਨਾਂ ਤੁਸਾਂ ਕੈਸੇ ਧਰਿਆ? ਇਸ ਤੋਂ ਤਾਂ ਪਤਾ ਹੀ ਨਹੀਂ ਲੱਗਦਾ ਕਿ ਇਹ ਹਿੰਦੂ ਹੈ ਕਿ ਮੁਸਲਮਾਨ। ਪੰਡਤ ਜੀ ਨੇ ਵਿਆਖਿਆ ਕਰਦਿਆਂ ਕਿਹਾ, ਹਿੰਦੂ ਤੁਰਕ ਦਿਉ ਇਸਕੇ ਸੀਸ ਪੂਜੈ ਪ੍ਰੇਮ ਮਹਾਨਾ ਜਾਂ ਕੇ ਪੱਗ ਜਹਾਜ਼ ਸਮਝਾਨੋ ਕਰ ਹੈ ਪਾਰ ਜਹਾਨਾ ਸਿਰ ਤੇ ਛਤਰ ਫਿਰਿਆ ਲੋੜੀਐ। ਵੈਲਜੀ ਨਾਂ ਦੇ ਪਾਦਰੀ ਨੇ ਵੀ ਇਹੀ ਹੀ ਲਿਖਿਆ ਹੈ ਕਿ ਨਾਨਕ ਹਿੰਦੀ ਜਾਂ ਸੰਸਕ੍ਰਿਤ ਦਾ ਕੋਈ ਸ਼ਬਦ ਨਹੀਂ। ਕਈ ਵਾਰੀ ਸਹਿਜ ਸੁਭਾਅ ਹੀ ਐਸੀ ਗੱਲ ਆਖੀ ਜਾਂਦੀ ਹੈ ਜਿਸ ਦਾ ਭਾਵ ਅਰਥ ਭਰਪੂਰ ਹੁੰਦਾ ਹੈ ਅਤੇ ਜਿਸ ਦਾ
ਪ੍ਰਭਾਵ ਦੂਰ ਰਸ। ਭਾਈ ਵੀਰ ਸਿੰਘ ਜੀ ਨੇ ਵੀ ਨਾਨਕ ਪ੍ਰਕਾਸ਼ ਵਿੱਚ ਨਾਨਕ ਦੇ ਅਰਥ ਭਾਵ ਕਰਦੇ ਹੋਏ ਟੁਕ ਦਿੱਤੀ ਹੈ ਕਿ ਏਕ ਅੱਖਰੇ ਕੋਸ਼ ਅਨੁਸਾਰ ਨਾਂ ਦਾ ਅਰਥ ਪਰਖ ਹੈ। ਇਸ ਪਹਿਲੇ ਨੰਨੇ ਦੇ ਕੰਨੇ ਨੂੰ ਐੜਾ ਸਮਝੋ, ਇਉਂ ਅਣਕ ਪਦ ਵੱਧ ਗਿਆ। ਇਸ ਅਣਕ ਪਦ ਵਿੱਚ ਆਏ ਦੂਜੇ ਨੰਨੇ ਵਿੱਚ ਦੂਜਾ ਐੜਾ ਹੈ। ਇਸ ਲਈ ਹੁਣ ਅੰਨ ਅਤੇ ਅੱਕ ਦੋ ਸ਼ਬਦ ਬਣ ਗਏ। ਅੱਕ ਦਾ ਅਰਥ ਹੈ ਦੁੱਖ ਅਤੇ ਅੰਨ ਦਾ ਅਰਥ ਨਹੀਂ। ਅਰਥ ਹੋਇਆ ਜਿਸ ਪੁਰਖ ਨੂੰ ਕਦੇ ਦੁੱਖ ਨਹੀਂ, ਜੋ ਸਦਾ ਆਨੰਦ ਸਰੂਪ ਹੈ, ਉਹ ਨਾਨਕ ਹੈ। ਵਾਸਤਵ ਵਿੱਚ ਗੁਰੂ ਨਾਨਕ ਦਾ ਉਪਦੇਸ਼ ਹੀ ਧਰਮਾਂ ਦਾ ਵਿਖਰੇਵਾਂ ਤੋੜਨਾ ਸੀ। ਇਸੇ ਲਈ ਹਰਦਿਆਲ ਜੀ ਨੇ ਕਿਹਾ ਸੀ, ਇਸ ਨੂੰ ਧਰਤ ਸਾਗਰ ਅਤੇ ਪਹਾੜ ਸਭੋ ਰਾਹ ਦੇਣਗੇ। ਉਹ ਜਨਮਜਾਤ ਜਿਸਮ ਅਤੇ ਜਿਨਸ ਦੀਆਂ ਤਰੇੜਾਂ ਮੇਟਣ ਆਏ ਸਨ। ਇਸੇ ਨੂੰ ਕਿਸੇ ਹਲਚਲ ਸਮਝ ਲਿਆ। ਦੌਲਤ ਖਾਂ ਪਾਸ ਇੱਕ ਵਾਰ ਸ਼ਿਕਾਇਤ ਵੀ ਹੋਈ ਕਿ ਉਹ ਹਿੰਦੂ ਅਤੇ ਮੁਸਲਮਾਨਾਂ ਵਿੱਚ ਹਲਚਲ ਮਚਾ ਰਿਹਾ ਹੈ। ਨਾ ਹਮ ਹਿੰਦੂ ਨਾ ਮੁਸਲਮਾਨ ਕਹਿਣਾ ਇੱਕ ਦੂਜੀ ਕਿਸਮ ਦੀ ਹਲਚਲ ਸੀ। ਸ਼ਰਾਂ ਦੇ ਕੈਦੀਆਂ ਨੂੰ ਇਹ ਕਿਵੇਂ ਜਰ ਹੁੰਦਾ ਸੀ। ਮੁਸਲਮਾਨੀ ਰਾਜ ਵਿੱਚ ਕਈਆਂ ਦੇ ਸਿਰ ਨਿਰੋਲ ਇਸੇ ਲਈ ਉਤਾਰ ਦਿੱਤੇ ਗਏ ਸਨ ਕਿ ਉਹ ਹਿੰਦੂ ਅਤੇ ਮੁਸਲਮਾਨਾਂ ਨੂੰ ਇੱਕ ਕਹਿੰਦੇ ਸਨ। ਫਿਰ ਨਾਨਕ ਨਾਂ ਦੇ ਹਰ ਕਿਸੇ ਨੇ ਆਪਣੇ ਮਨ ਦੇ ਅਰਥ ਹੀ ਲਗਾਏ ਹਨ। ਜੇ ਕੋਈ ਨਾਨਕ ਨੂੰ ਨਨਸ਼ਿਓਂ ਤੋਂ ਵਿਗੜਿਆ ਕਹਿੰਦਾ ਹੈ ਤਾਂ ਦੂਜਾ ਨਾਨਕ ਦਾ ਅਰਥ ਦੋ ਜਹਾਨਾਂ ਵਿੱਚ ਨਿਆਮਤ ਵੰਡਣ ਵਾਲਾ ਕਹਿੰਦਾ ਹੈ। ਕੋਈ ਸਾਧੂ T.L. ਵਾਸਵਾਨੀ ਵਰਗਾ ਨਾਨਕ ਦੇ ਅਰਥ ਅੱਗ ਅਤੇ ਕੋਈ ਹੋਰ ਕੁਝ ਵੀ ਨਹੀਂ ਆਖਦਾ ਹੈ। ਉਮਰ ਦੇ 66 ਸਾਲ ਵਿੱਚ ਜਦ ਇੱਕ ਨੇ ਆਪ ਕੋਲੋਂ ਨਾ ਪੁੱਛਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਅਜੇ ਵੀ ਮੇਰਾ ਕੋਈ ਨਾਂ ਰਹਿ ਗਿਆ ਹੈ। ਸੱਚੀ ਗੱਲ ਇਹ ਹੀ ਹੈ। ਨਾਨਕ ਨਾਮ ਕਹੀਏ ਜਿਸ ਵਿੱਚ ਨਹੀਂ ਅਣਕ ਪ੍ਰਕਾਸ਼ ਕੀ ਦੈਂਤਾ। ਇੱਕ ਮਹੀਨੇ ਦੇ ਸਨ। ਜੇ ਕੋਈ ਆਵਾਜ਼ ਮਾਰੇ ਤਾਂ ਉਸ ਵੇਲੇ ਨੀਝ ਲਗਾ ਕੇ ਦੇਖਣ ਲੱਗ ਪੈਂਦੇ ਸਨ, ਪਰ ਕਿਹੜਾ ਝੱਲੇ ਗੁਰੂ ਦੀ ਝਾਲਾ। ਹਰ ਕੋਈ ਨਮਸਕਾਰ ਕਰਕੇ ਅੱਗੇ ਤੁਰ ਜਾਂਦਾ। ਕਈਆਂ ਦੀਦਾਰ ਪਾ ਕੇ ਸਰੀਰਾਂ ਵਿੱਚ ਨਵਾਂ ਰਸ ਭਰਦਾ ਮਹਿਸੂਸ ਕੀਤਾ। ਨਦਰੀ ਨਦਰ ਨਿਹਾਲ ਜੋ ਕਰਨ ਆਏ ਸਨ। 3 ਮਹੀਨਿਆਂ ਦੇ ਹੋਏ ਤਾਂ ਗਰਦਨ ਟਿਕਾ ਕੇ ਬੈਠ ਜਾਂਦੇ। ਇੰਜ ਪ੍ਰਤੀਤ ਹੁੰਦਾ ਜਿਵੇਂ ਕਿਸੇ ਸੋਚ ਨੇ ਉਹਨਾਂ ਨੂੰ ਗਰਸਿਆ ਹੋਇਆ ਹੈ। 4 ਮਹੀਨੇ ਦੇ ਹੋਏ ਤਾਂ ਛੋਟੀ ਜਿਹੀ ਝੱਗੀ ਪਾਈ ਗਈ। 6 ਮਹੀਨਿਆਂ ਦੇ ਅੱਗੋਂ ਹੁੰਗਾਰਾ ਵੀ ਦਿੰਦੇ। 7 ਮਹੀਨਿਆਂ ਦੇ ਚੌਂਕੜ ਮਾਰ ਕੇ ਬੈਠ ਜਾਂਦੇ। ਕੋਈ ਤਪਸਵੀ ਕਹਿੰਦਾ ਤੇ ਕੋਈ ਜੋਗੀ। 8 ਮਹੀਨਿਆਂ ਦੇ ਸਨ ਤਾਂ ਬੀਰ ਆਸਣ ਲਗਾ ਕੇ ਬੈਠ ਜਾਂਦੇ। ਇੱਕ ਗੋਡੇ ਦੀ ਟੇਕ ਨਾਲ ਹੀ ਕਿੰਨਾ ਕਿੰਨਾ ਚਿਰ ਬੈਠੇ ਰਹਿੰਦੇ। 9 ਮਹੀਨਿਆਂ ਦੇ ਸਨ ਤਾਂ ਤੁਰਨ ਲੱਗ ਪਏ ਅਤੇ ਮੁੱਖੋਂ ਬਾਬਾ ਬਾਬਾ ਵੀ ਕਹਿੰਦੇ। 1 ਸਾਲ ਦੇ ਹੋਏ ਤਾਂ ਸਾਵਧਾਨੀ ਨਾਲ ਤੁਰਦੇ। 1.5 ਬਰਸ ਦੇ ਹੋਏ ਜਦ ਬੋਲਣਾ ਵਾਹਿਗੁਰੂ ਵਾਹਿਗੁਰੂ ਬੋਲਣ। 2 ਸਾਲ ਦੇ ਹੋਏ ਤਾਂ ਬੱਚਿਆਂ ਨਾਲ ਜਦੋਂ ਬਾਹਰ ਖੇਡਣ ਵੀ ਚਲੇ ਜਾਂਦੇ, ਪਰ ਖੇਡਾਂ ਬੜੀਆਂ ਅਸਚਰਜਮਈ ਕਰਦੇ। ਬੱਚਿਆਂ ਨੂੰ ਐਸੀਆਂ ਨਸੀਹਤਾਂ ਦਿੰਦੇ ਕਿ ਬੱਚਿਆਂ ਦੇ ਮਾਪੇ ਨਸੀਹਤ ਦੇਣ ਵਾਲੇ ਨੂੰ ਦੇਖਣ ਆਉਂਦੇ। ਹਿੰਦੂ ਆਖੇ ਧੰਨ ਗੋਬਿੰਦ ਕੈਸੇ ਸ਼ੁਭ ਵਚਨ ਬੋਲਦਾ ਹੈ, ਕੋਈ ਪਰਮੇਸ਼ਰ ਰੂਪ ਹੈ। ਮੁਸਲਮਾਨ ਆਖੇ ਵਾਹ ਖੁਦਾਏ ਤੇਰੀ ਪਦਾਇਸ਼, ਕੈਸਾ ਖੂਬਸੂਰਤ, ਕੈਸੀ ਨਸੀਹਤ ਕਰਦਾ ਹੈ, ਕੈਸਾ ਬੋਲਦਾ ਹੈ। ਨਿਸ਼ਾ ਕੈਸੀ ਹੋਤੀ ਹੈ ਇਸ ਦੇ ਬੋਲਣ ਸਾਥ। ਵੱਡਾ ਕੋਈ ਖੁਦਾਏ ਦਾ ਨੇਕ ਹੈ। ਤਾਰੀਖ ਏ ਪੰਜਾਬ ਦਾ ਲਿਖਾਰੀ ਕਨਈਆ ਲਾਲ ਲਿਖਦਾ ਹੈ, ਛੋਟੀ ਉਮਰੇ ਹੀ ਨਾਨਕ ਜੀ ਦੀਆਂ ਆਦਤਾਂ ਬਜ਼ੁਰਗਾਂ ਵਾਲੀਆਂ ਸਨ। ਉਹ ਕਦੇ ਘਰੋਂ ਬਾਹਰ ਨਾ ਜਾਂਦੇ, ਨਾ ਹੀ ਆਮ ਮੁੰਡਿਆਂ ਵਿੱਚ ਖੇਡਦੇ। ਹਰ ਗੱਲ ਨਾਲੋਂ ਰੱਬ ਦੀ ਯਾਦ ਨੂੰ ਚੰਗੇਰਾ ਸਮਝਦੇ। ਵਧੇਰੇ ਸਮਾਂ ਚੁੱਪ ਹੀ ਰਹਿੰਦੇ, ਬਿਨਾਂ ਬੁਲਾਇਆ ਨਾ ਬੋਲਦੇ ਅਤੇ ਜਿਹੜਾ ਕੰਮ ਆਪੇ ਕਰਨ ਲਈ ਕਹਿੰਦੇ ਉਹ ਪੂਰੇ ਦਿਲ ਨਾਲ ਕਰਦੇ। ਪਰ ਦਾਨੀ ਸੁਭਾਅ ਬਹੁਤਾ ਸੀ। ਇੱਕ ਦਿਨ ਘਰ ਦਾ ਲੋਟਾ ਕਿਸੇ ਫਕੀਰ ਨੂੰ ਦੇ ਆਏ। ਲੋੜਵੰਦਾਂ ਨੂੰ ਦੇ ਕੇ ਬੜੇ ਪ੍ਰਸੰਨ ਹੁੰਦੇ। ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਤਲਵੰਡੀ ਦੇ ਆਲੇ ਦੁਆਲੇ ਘੜੇ ਜੰਗਲਾਂ ਵਿੱਚ ਤਪੀ ਅਤੇ ਸੰਤ ਰਹਿੰਦੇ ਸਨ। ਮਕਾਲਫ ਦੇ ਵਿਚਾਰਾਂ ਅਨੁਸਾਰ ਇਸ ਦੇ 2 ਕਾਰਨ ਸਨ। ਇੱਕ ਇਕਾਂਤ ਹੋਣ ਕਾਰਨ ਭਗਤੀ ਵਿੱਚ ਵਿਘਨ ਨਹੀਂ ਪੈਂਦਾ ਸੀ। ਦੂਜੇ ਕੱਟੜ ਮੁਸਲਮਾਨ ਹਾਕਮ ਦੇ ਜ਼ੁਲਮਾਂ ਤੋਂ ਬਚੇ ਰਹਿਣ ਲਈ ਫਕੀਰ ਅਤੇ ਸੰਤ ਇੱਥੇ ਆ ਕੇ ਟਿਕਦੇ ਸਨ। ਸਾਰੀਆਂ ਜਨਮ ਸਾਖੀਆਂ ਵਿੱਚ ਆਉਂਦਾ ਹੈ ਕਿ ਗੁਰੂ ਜੀ ਛੋਟੀ ਉਮਰ ਵਿੱਚ ਉੱਥੇ ਜਾਣ ਲੱਗ ਪਏ ਸਨ ਅਤੇ ਧਾਰਮਿਕ ਪੁਰਸ਼ਾਂ ਦੀ ਸੰਗਤ ਕਰਦੇ ਸਨ। ਜਦ ਵੇਖਦੇ ਕੋਈ ਅਤੀਤ ਸਾਧੂ ਭਗਤ ਆਇਆ ਹੈ
ਤਾਂ ਉਸ ਨੂੰ ਬੁਲਾਏ ਕਰ ਘਰ ਵਿੱਚ ਨਾਲ ਲੈ ਜਾਣਾ, ਭੋਜਨ ਖਵਾਉਣਾ, ਸੇਵਾ ਟਹਿਲ ਪ੍ਰਤੀਤ ਨਾਲ ਕਰਨੀ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਜੋ ਕੁਝ ਘਰੋਂ ਬਾਹਰ ਲੈ ਜਾਣ ਮੁੜ ਕੇ ਨਾ ਲਿਆਉਣ, ਅੰਨ ਬਸਤਰ ਬਰਤਨ ਗਰੀਬ ਨੂੰ ਦੇ ਛੱਡਣ। ਜਨਮ ਸਾਖੀ ਦੇ ਸ਼ਬਦਾਂ ਵਿੱਚ, ਇੱਕ ਵਾਰੀ ਨਾ ਬੋਲੇ ਨਾ ਖਾਏ ਨਾ ਸਵੇ ਨਾ किसी की तरफ देखे ना सुने, ਬੇਖੁਦ ਹੋ ਗਏ। ਲੋਕਾਂ ਵੇਖਦਿਆਂ ਤਾਂ ਇੱਕ ਦੂਜੇ ਨੂੰ ਕਹਿਣਾ ਆਰੰਭ ਕਰ ਦਿੱਤਾ ਕਿ ਯਾਰੋ ਨਾਨਕ ਦੇ ਤਾਈ ਖੁਦਾਏ ਦੀ ਬਾਤ ਹੋ ਗਈ। ਘਰ ਵਾਲਿਆਂ ਵੈਦਾਂ ਹਕੀਮਾਂ ਬੜੀ ਕੋਸ਼ਿਸ਼ ਕੀਤੀ ਪਰ ਉਹ ਕੁਝ ਨਾ ਬੋਲੇ। ਆਖਰ ਇੱਕ ਪੁੱਜੀ ਆਤਮਾ ਨੇ ਨਾਨਕ ਦੇਵ ਜੀ ਦਾ ਸੁਭਾਅ ਦੇਖ ਲਿਆ। ਨਾਨਕ ਜੀ ਤੂੰ ਆਪਣੇ ਖੁਦਾਏ ਦੇ ਨਾਏ ਅਤੇ ਬੋਲ, ਰਜਾਏ ਖੁਦਾਏ ਬੋਲ, ਇੱਕ ਭੋਰਾ ਕੁਝ ਬੋਲ। ਰਜਾਏ ਖੁਦਾਏ ਕਿਹਾ ਤਾਂ ਆਪ ਜੀ ਨੇ ਸਿਰਫ ਇੰਨਾ ਹੀ ਵਚਨ ਕੀਤਾ, ਦੁਨੀਆ ਮੁਕਾਮੇ ਫਾਨੀ। ਉਹਨਾਂ ਦੀ ਬਾਣੀ ਸੁਣ ਕੇ ਲੋਕੀ ਬੋਲ ਉੱਠੇ, ਵਾਹ ਹੈ ਨਾਨਕ, ਜਿਸ ਅਸਾਂ ਪਹੁੰਚ ਖੁਦਾਏ ਦਿੱਤੀ ਹੈ। ਜਨਮ ਸਾਖੀ ਅਨੁਸਾਰ ਸਦਾ ਨਸੀਹਤ ਦੇਵੇ ਦੀਨ ਕੇ ਰਾਹ ਦੀ। ਰਤਨ ਚੰਦ ਬਾਲ ਨੇ ਖਾਲਿਸਨਾਮਾ ਵਿੱਚ ਲਿਖਿਆ ਹੈ ਕਿ ਬਚਪਨ ਤੋਂ ਹੀ ਉਹਨਾਂ ਦੇ ਚਿਹਰੇ ਤੋਂ ਨੂਰਾਨੀ ਝਲਕਾਂ ਲਿਸ਼ਕਣ ਲੱਗ ਪੈਂਦੀਆਂ ਸਨ ਅਤੇ ਕਰਾਮਾਤਾਂ ਦੇ ਚਿੰਨ੍ਹ ਉਹਨਾਂ ਦੇ ਮਸਤਕ ਤੇ ਪ੍ਰਤੱਖ ਦਿਸਦੇ ਸਨ। ਪੜ੍ਹਾਈ। ਜਦ 7 ਵਰ੍ਹਿਆਂ ਦੇ ਹੋਏ ਤਾਂ ਗੁਰੂ ਨਾਨਕ ਦੇਵ ਜੀ ਨੂੰ ਪੜ੍ਹਨੇ ਪਾਇਆ ਗਿਆ। ਉਹਨਾਂ ਪਹਿਲਾਂ ਪ੍ਰਸ਼ਨ ਹੀ ਪਾਂਧੇ ਪਾਸ ਇਹ ਕੀਤਾ, ਪਾਂਧੇ ਤੂੰ ਕੁਝ ਪੜ੍ਹਿਆ ਹੈ ਜੋ ਮੇਰੇ ਤਾਈਂ ਪੜ੍ਹਾਉਂਦਾ ਹੈ? ਠੀਕ ਕਿਹਾ ਸੀ ਬਾਬੇ ਨੇ। ਪਾਂਧਾ ਇਹ ਬਗੈਰ ਜਾਣੇ ਹੀ ਉਸ ਦੀ ਪੜ੍ਹਾਈ ਦਾ ਕੀ ਸਿੱਟਾ ਨਿਕਲਦਾ ਹੈ। ਪੜ੍ਹਾਈ ਤੁਰੀ ਜਾ ਰਹੀ ਹੈ। ਉੱਥੇ ਹੀ ਮਹਾਰਾਜ ਦੇ ਬਚਨ ਸਨ ਕਿ ਉਸ ਵਿੱਦਿਆ ਦਾ ਕੀ ਪੜ੍ਹਿਆ ਜੇ ਮਾਇਆ ਦਾ ਜੰਜਾਲ ਹੀ ਨਾ ਟੁੱਟਾ। ਜਿਸ ਦੇ ਲਿਖਣ ਨਾਲ ਵਿਕਾਰ ਹੀ ਫੈਲਦੇ ਹਨ, ਉਸ ਦੇ ਲਿਖਣ ਦਾ ਕੀ ਲਾਭ। ਸਾਡੀ ਸਾਰੀ ਪੜ੍ਹਾਈ ਵਿਹਲੜ, ਆਲਸੀ, ਕਮਚੋਰ, ਮਾਇਆ ਇਕੱਠੀ ਕਰਨ ਲਈ ਤਰਲਿਆਂ ਵਾਲੇ ਪੁਰਸ਼ ਪੈਦਾ ਕਰ ਰਹੀ ਹੈ। ਪੜ੍ਹਾਈ ਤਾਂ ਐਸੀ ਹੋਵੇ ਜੋ ਪਕੜ ਗਵਾਏ, ਮੋਹ ਤੋੜੇ, ਸਾਧਨਾ ਲਈ ਲਗਨ ਪੈਦਾ ਕਰੇ, ਅੰਦਰ ਉਤਸ਼ਾਹ ਜਗਾਏ, ਚਾਅ ਪੈਦਾ ਕਰੇ, ਹਿਰਦੇ ਤੇ ਡੂੰਘੀ ਛਾਪ ਲਗਾਏ, ਕੁਝ ਕਰ ਗੁਜ਼ਰਨ ਦਾ ਉਮਾ ਉਪਜਾਏ, ਪਰਮੇਸ਼ਰ ਨਾ ਵਿਸਰਨ ਦੇਵੇ। ਇਹ ਯਕੀਨ ਹੈ ਕਿ ਸਭ ਉਥਲ ਪੁਥਲ ਤਦੇ ਹੀ ਹੋ ਰਹੀ ਹੈ ਜੋ ਵਿੱਚੋਂ ਪਰਮੇਸ਼ਰ ਨਿਕਲ ਗਿਆ ਹੈ। ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਵਿਦਿਆਰਥੀ ਜੋ ਸਾੜ ਫੂਕ ਕਰਦਾ ਹੈ, ਇਸ ਵਿੱਚ ਉਸ ਦਾ ਅਸੰਤੋਖ ਹੀ ਪ੍ਰਗਟ ਹੁੰਦਾ ਹੈ। ਅਸੰਤੁਸ਼ਟਤਾ ਮਹਿਸੂਸ ਕਰਦੇ ਹੀ ਉਹ ਅੰਦਰ ਦੀ ਟੇਕ ਨਾਲੋਂ ਬਾਹਰੋਂ ਸਹਾਰਾ ਲੱਭਦਾ ਹੈ। ਵਿਦਿਆਰਥੀਆਂ ਵਿੱਚ ਨਸ਼ਾ, ਸ਼ਰਾਬ ਅਤੇ ਸਿਗਰਟ ਨਿੱਤ ਵਰਤੋਂ ਬਣਨ ਦਾ ਕਾਰਨ ਪਰਮੇਸ਼ਰ ਭੁੱਲਣਾ ਹੈ। ਪਰਮਾਤਮਾ ਲਿਖਣ ਦੀ ਜਾਂਚ ਹੀ ਉਸ ਨੂੰ ਭੁੱਲ ਗਈ ਹੈ। ਉਸ ਨੂੰ ਵਾਰ-ਵਾਰ ਇਹ ਕਹਿਣ ਦੀ ਲੋੜ ਹੈ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਗੁਰੂ ਜੀ ਨੇ ਪੱਟੀ ਲਿਖੀ ਦੀ ਰਹਾਉ ਦੀ ਤੁਕ ਵਿੱਚ ਬੜੀ ਕਰੜੀ ਚੇਤਾਵਨੀ ਦਿੱਤੀ ਹੈ ਕਿ ਹੇ ਮੂਰਖ, ਅਸਲ ਜੀਵਨ ਰਾਹ ਤੋਂ ਕਿਉਂ ਲਾਮੇ ਜਾਂਦਾ ਹੈ। ਤਦੋਂ ਹੀ ਤੂੰ ਪੜ੍ਹਿਆ ਹੋਇਆ ਵਿਦਵਾਨ ਸਮਝਿਆ ਜਾ ਸਕੇਗਾ ਜਦੋਂ ਸੰਸਾਰ ਵਿੱਚ ਸੁਰਖਰੂ ਹੋ ਕੇ ਫਿਰਨ ਦੀ ਜਾਂਚ ਤੈਨੂੰ ਆ ਜਾਵੇਗੀ। ਮਨ ਕਾਹੇ ਭੂਲੇ ਮੂੜ ਮਨਾ, ਜਦ ਲੇਖਾਂ ਦੇਵੇ ਬੀਰਾ, ਤਿਉਂ ਪੜ੍ਹਿਆ ਰਹਾਉ। ਪੜ੍ਹੇ ਹੋਏ ਨੂੰ 35 ਦਾ ਪਹਿਲਾ ਅੱਖਰ ਪੜ੍ਹਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪਹਿਲਾਂ ਇਸ ਸ੍ਰਿਸ਼ਟੀ ਬਾਰੇ ਜਾਣਨਾ ਜ਼ਰੂਰੀ ਹੈ, ਫਿਰ ਉਸ ਬਾਰੇ ਜਿਸ ਸਾਜੀ ਹੈ ਅਤੇ ਉਸ ਦਾ ਹੀ ਆਉਣਾ ਸਫਲ ਹੈ, ਜਿਨ੍ਹਾਂ ਦਾ ਮਨ ਪ੍ਰਭੂ ਤੋਂ ਕਿਸੇ ਪਾਸੇ ਨਹੀਂ ਭੱਜਿਆ। ਜ਼ਿੰਦਗੀ ਭਰ ਜੋ ਇੱਕ ਟਿਕ ਤੁਰੀ ਹੀ ਗਏ, ਮੰਜ਼ਿਲ ਨੂੰ ਉਹਨਾਂ ਨੇ ਹੀ ਪਾਇਆ। ਸੇਵਤ ਰਹੇ ਚਿੱਤ ਜਿਨਕਾ ਲਾਗਾ, ਆਇਆ ਤਿਨਕਾ ਸਫਲ ਭਇਆ। ਵਿਕਾਰ ਅਤੇ ਭਟਕਣਾ ਉਸੇ ਵੇਲੇ ਪੈਦਾ ਹੁੰਦੀ ਹੈ ਜਦ ਮਨੁੱਖ ਇਹ ਸਮਝਣ ਲੱਗ ਪੈਂਦਾ ਹੈ ਕਿ ਉਸ ਤੋਂ ਬਗੈਰ ਵੀ ਹੋਰ ਕੋਈ ਰਿਜ਼ਕ ਦੇਣ ਵਾਲਾ ਹੈ। ਜੇ ਕੋਈ ਇਹ ਜਾਣ ਲਵੇ ਕਿ ਰਿਜ਼ਕ ਦਾਤਾ ਕੇਵਲ ਉਹ ਹੀ ਹੈ, ਉਸ ਨੂੰ ਵਿਕਾਰ ਹੋ ਨਹੀਂ ਸਕਦੇ। ਤਿਸ ਸਿਰ ਲੇਖ ਨਾ ਹੋਈ, ਗੁਰੂ ਨਾਨਕ ਜੀ ਦਾ ਫਰਮਾਨ ਸੀ। ਸਾਰੀ ਉਮਰ ਢੰਡਾਊ ਰਹਿਣਾ ਹੀ ਅਸਲ ਪੜ੍ਹਾਈ ਹੈ। ਉੜੇ ਉਪਮਾ ਤਾਂ ਕੀ ਕੀਜੈ, ਜਾ ਕਾ ਅੰਤ ਨਾ ਪਾਇਆ। ਜਿਸ ਨੇ ਉਸ ਦੇ ਬੇਅੰਤ
ਹੋਣ ਨੂੰ ਜਾਣ ਲਿਆ ਹੈ। ਮੈਂ ਨਹੀਂ ਕਰਦਾ, ਸਗੋਂ ਤੂੰ ਕਰਦਾ ਹੈ। ਐਸਾ ਪੜ੍ਹਿਆ ਹੋਇਆ ਸਵਾਰਥੀ ਜੀਵਨ ਮੁਕਾ ਲੈਂਦਾ ਹੈ। ਸਾਰੀ ਵਿਦਿਆ ਪ੍ਰਣਾਲੀ ਦਾ ਦੋਸ਼ ਇਹ ਹੀ ਹੈ ਕਿ ਪੜ੍ਹਿਆ ਹੋਇਆ ਮਾਇਆ ਦੇ ਪਿੱਛੇ ਭਟਕਦਾ ਹੈ ਅਤੇ ਜਦ ਨਹੀਂ ਮਿਲਦੀ ਤਾਂ ਵਿਸ਼ਵਾਸ ਛੱਡ ਬਹਿੰਦਾ ਹੈ। ਵਿਦਵਾਨ ਉਸੇ ਨੂੰ ਸਮਝਣਾ ਚਾਹੀਦਾ ਹੈ ਜੋ ਦੁੱਖ ਸੁੱਖ ਨੂੰ ਇੱਕ ਕਰ ਜਾਣੇ ਅਤੇ ਜ਼ਿੰਦਗੀ ਸੇਵਕ ਵਾਲੀ ਬਣਾਏ ਅਤੇ ਸੇਵਕਾਂ ਵਾਲੀ ਹੀ ਕਰੜੀ ਘਾਲ ਘਾਲੇ। ਸੇਵਾ ਹੀ ਨਿਮਰਤਾ ਪੈਦਾ ਕਰਦੀ ਹੈ, ਪਰ ਸੇਵਾ ਤਾਂ ਇੱਕ ਪਾਸੇ ਰਹੀ। ਪੜ੍ਹਿਆ ਲਿਖਿਆ ਨਿਮਰਤਾ ਹੀ ਗੁਆ ਲੈਂਦਾ ਹੈ। ਨਿਮਰਤਾ ਨਾ ਹੋਣ ਕਾਰਨ ਫਿਰ ਕੌੜਾ ਬੋਲਦਾ ਹੈ ਅਤੇ ਦੂਜਿਆਂ ਦੇ ਔਗੁਣ ਛਾਂਟਦਾ ਹੈ। ਗੁਰੂ ਜੀ ਦੀ ਪੱਟੀ ਲਿਖੀ ਦੀਆਂ ਇਹ ਤੁਕਾਂ ਤਾਂ ਹਰ ਸਕੂਲ ਅਤੇ ਕਾਲਜ ਦੇ ਬਾਹਰ ਲਿਖ ਕੇ ਲਟਕਾ ਦੇਣੀਆਂ ਚਾਹੀਦੀਆਂ ਹਨ ਅਤੇ ਪੂਰਨ ਕੋਸ਼ਿਸ਼ ਕਰਕੇ ਵਿਦਿਆਰਥੀਆਂ ਦੇ ਹਿਰਦੇ ਤੇ ਉਕਰ ਦੇਣੀਆਂ ਚਾਹੀਦੀਆਂ ਹਨ। ਦਦੇ ਦੇਸ ਨਾ ਦਊ ਕਿਸੇ, ਦੋਸ ਕਰਮਾ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਪੁਰਾਤਨ ਜਨਮ ਸਾਖੀ ਵਾਲਾ ਲਿਖਦਾ ਹੈ ਕਿ ਨਾਨਕ ਪਾਠਸ਼ਾਲਾ ਵਿੱਚ ਬਾਲਕਾਂ ਨਾਲ ਪਰਮੇਸ਼ਰ ਕੀ ਹੀ ਬਾਤ ਕਰੇ। ਤਾਰੀਖ ਪੰਜਾਬ ਵਿੱਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਨੂੰ ਵਿਦਿਆ ਪ੍ਰਣਾਲੀ ਲਈ ਇੱਕ ਉਸਤਾਦ ਪਾਸ ਬਿਠਾਇਆ ਗਿਆ ਤਾਂ ਉਸਤਾਦ ਬਾਬਾ ਜੀ ਦੇ ਬਚਨ ਕਾਮਲ ਸੰਕੇਤ ਸੁਣ ਕੇ ਹੈਰਾਨ ਰਹਿ ਗਿਆ। ਉਸ ਨੂੰ ਯਕੀਨ ਹੋ ਗਿਆ ਕਿ ਬਾਲਕ ਜਮਾਂਦਰੂ ਹੀ ਵਲੀ ਹੈ। ਜਦ ਗੁਰੂ ਜੀ ਨੂੰ ਮੁੱਲਾ ਪਾਸ ਬੁੱਧਵਾਰ ਪੜ੍ਹਨੇ ਪਾਇਆ ਗਿਆ ਤਾਂ ਇੱਕੋ ਵਾਰੀ ਅਰਬੀ ਦੀ ਵਰਣਮਾਲਾ ਉਹਨਾਂ ਪੜ੍ਹ ਲਈ। ਮੁੱਲਾ ਨੇ ਚਮਤਕਾਰ ਦੇਖ ਰਿਹਾ। ਸੁਭਾਨ ਅੱਲਾ ਰੱਬੁ ਉਲ ਆਲਮੀਨ। ਇਸ ਦੇ ਤਾਈਂ ਵੱਡੀ ਇਨਾਇਤ ਰੱਬੁ ਉਲ ਆਲਮੀਨ ਦੀ ਹੈ। ਨਾਨਕ ਜੀ ਦੇ ਤਾਈਂ ਇਸ ਜਹਾਨ ਵਿੱਚ ਇਉਂ ਕੋਈ ਨਹੀਂ ਪੜ੍ਹਾ ਸਕਦਾ। ਇਹ ਕੋਈ ਵਲੀ ਹੈ ਜੋ ਪੜ੍ਹਦਿਆਂ ਸਾਰ ਯਾਦ ਕਰ ਲੈਂਦਾ ਹੈ। ਭਾਈ ਮਣੀ ਜੀ ਲਿਖਦੇ ਹਨ ਕਿ ਮਾਤਾ ਪਿਤਾ ਪਹਿਲੇ ਦਿਨ ਸ਼ੱਕਰ ਦਾ ਭਰਿਆ ਥਾਲ ਤੇ ਉੱਤੇ 5 ਰੁਪਏ ਰੱਖ ਕੇ ਪਾਂਧੇ ਪਾਸ ਜਦ ਪੜ੍ਹਾਉਣ ਲਈ ਲਿਆਏ ਤਾਂ ਅੱਗੇ ਰੱਖਣ ਵੇਲੇ ਸ਼ੱਕਰ ਦਾ ਥਾਲ ਡੁੱਲ ਗਿਆ ਤਾਂ ਬਾਕੀ ਸਭ ਵਿਦਿਆਰਥੀਆਂ ਸ਼ੱਕਰ ਚੁੱਕ ਚੱਟਣ ਲੱਗੇ ਅਤੇ ਪਾਂਧੇ ਨੇ ਕਿਹਾ ਕਿ ਇਸ ਦੀ ਭਗਤੀ ਤੇ ਸਾਰਾ ਜੱਗ ਵਰਸਾਵੇਗਾ। ਪਾਂਧੇ ਦਾ ਨਾਂ ਕੁਤਬਦੀਨ ਲਿਖਿਆ ਮਿਲਦਾ ਹੈ। ਮਹਿਮਾ ਪ੍ਰਕਾਸ਼ ਅਨੁਸਾਰ ਜਦ ਪੱਟੀ ਤੇ ਅਲਫ ਬੇ ਪਾਇਆ ਗਿਆ ਤਾਂ ਆਪ ਜੀ ਨੇ ਕਿਹਾ, ਅਲਫ ਬੇ ਤੁਮ ਹਮ ਲਿਖ ਦੀਨਾ, ਮਾਇਨੇ ਅਲਫ ਨਹੀਂ ਤੁਮ ਚੀਨਾ। ਸਮਝ ਅਲਫ ਇਲ ਮਹਿ ਬਜਾਵੇ, ਹੋਏ ਨਜਾਤ ਦੋਜਖ ਨਹੀਂ ਜਾਵੇ। ਜੇ ਕੋਈ ਉਹਨਾਂ ਪਾਸ ਹਿੰਦੂ ਆਏ ਤਾਂ ਹਿੰਦਵੀ ਵਿੱਚ ਉਸ ਦੀ ਤਸੱਲੀ ਕਰਵਾਉਣ ਅਤੇ ਜੇ ਮੁਸਲਮਾਨ ਆਏ ਤਾਂ ਅਰਬੀ ਵਿੱਚ। ਕਨਿੰਗਮ ਵੀ ਲਿਖਦਾ ਹੈ ਕਿ ਮੀਰ ਸੈਯਦ ਹਸਨ ਜੋ ਉਸ ਦੇਸ਼ ਦਾ ਔਲੀਆ ਕਰਾਮਾਤੀ ਬੇਲਾਗ ਪੀਰ ਮੰਨਿਆ ਜਾਂਦਾ ਸੀ, ਮਹਿਤਾ ਕਾਲੂ ਦੇ ਘਰ ਪਾਸ ਹੀ ਰਹਿੰਦਾ ਸੀ। ਉਹ ਵੀ ਬਾਬੇ ਕੋਲੋਂ ਸ਼ੀਹਰਫੀ ਸੁਣ ਕੇ ਹੱਕਾ ਬੱਕਾ ਰਹਿ ਗਿਆ। ਉਸ ਦਿਨ ਤੋਂ ਬਾਬਾ ਜੀ ਨਾਲ ਬਹੁਤ ਪਿਆਰ ਅਤੇ ਪੱਖ ਰੱਖਣ ਲੱਗ ਗਿਆ। ਇਹ ਸਭ ਕੁਝ ਦੇਖ ਕੇ ਪੰਡਿਤ ਬ੍ਰਿਜਨਾਥ ਨੇ ਕਿਹਾ ਕਿ ਸ਼ਾਇਦ ਹੋਰਨਾਂ ਵਿਦਿਆ ਨੂੰ ਕੱਚੀਆਂ ਜਾਣਦਾ ਹੋਵੇ ਅਤੇ ਨਿਰੋਲ ਸੰਸਕ੍ਰਿਤ ਪੜ੍ਹਾਈ ਚੰਗੀ ਸਮਝਦਾ ਹੋਵੇ। ਬ੍ਰਿਜਨਾਥ ਕੋਲ ਪੁੱਜਦੇ ਸਾਰ ਇਹ ਵਚਨ ਕੀਤੇ ਕਿ ਬ੍ਰਿਜਨਾਥ ਤਾਂ ਕ੍ਰਿਸ਼ਨ ਦਾ ਨਾਂ ਹੈ, ਤੁਸਾਂ ਕਿਉਂ ਰੱਖਿਆ? ਬ੍ਰਿਜਨਾਥ ਅਵਾਕ ਹੋ ਗਿਆ। ਉਸ ਨੂੰ ਕਹਿਣਾ ਪਿਆ ਕਿ ਨਾਨਕ ਸਭ ਆਤਮਕ ਗਿਆਨ ਦਾ ਸੋਮਾ ਹੈ। ਉਸ ਵਿੱਚ ਫਿਰ ਜਦ ਅਰਥ ਸਮਝਾਉਣ ਲਈ ਕਿਹਾ ਗਿਆ ਤਾਂ ਬ੍ਰਿਜਨਾਥ ਜੀ ਨੇ ਕਿਹਾ ਕਿ ਅਰਥ ਅਜੇ ਤੁਹਾਡੇ ਵੱਸ ਵਿੱਚ ਦੀ ਗੱਲ ਨਹੀਂ। ਬਾਬੇ ਨਾਨਕ ਨੇ ਫਿਰ ਕਿਹਾ, ਅਰਥ ਬਿਨਾਂ ਪੜ੍ਹਨਾ ਹਨੇਰੇ ਵਿੱਚ ਹੱਥ ਮਾਰਨਾ ਹੈ। ਓਂਕਾਰ ਬ੍ਰਹਮਾ ਉਤਪਤੀ ਦੀ ਵਿਚਾਰ ਉਸ ਨਾਲ ਕੀਤੀ। ਪੰਡਿਤ ਜੀ ਨੂੰ ਮੰਨਣਾ ਪਿਆ ਕਿ ਉਸ ਪਾਸ ਸਿਖਾਉਣ ਲਈ ਕੁਝ ਵੀ ਨਹੀਂ ਰਿਹਾ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਵਿਦਿਆ ਨੂੰ ਵੀ ਸਾਧਨ ਹੀ ਕਿਹਾ। ਭੀਤਰ ਵਸਤੂ ਪ੍ਰਗਟ ਕਰਨੀ ਹੀ ਅਸਲ ਵਿਦਿਆ ਦਾ ਮਨੋਰਥ ਹੈ। ਆਸਾ ਰਾਗ ਦੇ ਇੱਕ ਸ਼ਬਦ ਵਿੱਚ ਵਿਆਖਿਆ ਕਰਦੇ ਫਰਮਾਇਆ ਕਿ ਮਨ ਲਗੇ ਤਾਂ ਹੀ ਘੁੰਗਰੂ ਵੱਜਿਆ ਜਾਣੋ, ਆਸ ਨਿਰਾਸੀ ਹੈ ਤਾਂ ਹੀ ਸੰਨਿਆਸੀ ਸਮਝੋ। ਜੇ ਪੰਜਾਂ ਕਮਾਇਕ ਨੂੰ ਵਸ ਕਰ ਲਿਆ ਹੈ
ਤਾਂ ਹੀ ਤੀਰਥ ਇਸ਼ਨਾਨੀ ਆਖੋ। ਜੇ ਦਇਆ ਹੈ ਦੇਹੀ ਨੂੰ ਕਾਬੂ ਰੱਖਿਆ ਹੈ, ਤਾਂ ਹੀ ਦਿਗੰਬਰ ਭੰਖੋ। ਆਪੇ ਤੇ ਕਾਬੂ ਪਾਉਣ ਵਾਲਾ ਕਦੇ ਕਿਸੇ ਤੇ ਹੱਥ ਨਹੀਂ ਉਠਾਉਂਦਾ, ਅਤੇ ਉਹ ਹੀ ਹੈ ਵਿਦਿਆ ਵਿਚਾਰੀ ਵਿਦਵਾਨ ਜੋ ਪਰਉਪਕਾਰੀ ਹੈ। ਵਿਦਿਆ ਪਰਉਪਕਾਰ ਲਈ ਸਾਧਨ ਬਣੇ। ਆਪ ਜੀ ਨੇ ਆਪਣਾ ਵਿਦਿਅਕ ਨਜ਼ਰੀਆ ਦਿੰਦਿਆਂ ਗਿਆਨ ਦੀ ਸਾਣ ਤੇ ਵਿਦਿਆ ਦੀ ਧਾਰ ਤਿੱਖੀ ਕਰੀ ਜਾਣੀ ਹੈ, ਪਰ ਨਾਲ ਭਗਤੀ ਦੀ ਮੁੱਠ ਜ਼ਰੂਰੀ ਹੋਵੇ। ਕਲਮ ਦੀ ਕੁਵਰਤੋਂ ਵੀ ਉਤਨੀ ਹੀ ਮਾੜੀ ਹੈ ਜਿਤਨੀ ਤਲਵਾਰ ਦੀ। ਜਦੋਂ 9 ਵਰ੍ਹਿਆਂ ਦੇ ਹੋਏ ਤਾਂ ਜੁੜੀ ਬਰਾਦਰੀ ਦੇ ਸਾਹਮਣੇ ਆਪ ਨੇ ਜੰਝੂ ਪਾਉਣ ਤੋਂ ਇਨਕਾਰ ਕਰ ਦਿੱਤਾ। ਆਪ ਜੀ ਨੇ 4 ਭਾਵਪੂਰਤ ਸਵਾਲ ਪੰਡਿਤ ਜੀ ਤੋਂ ਕੀਤੇ। ਸਵਾਲ ਸਨ, ਕਿਉਂ ਇਹ ਜੰਝੂ ਪਵਾ ਰਹੇ ਹੋ? ਕੀ ਵਾਧਾ ਹੋਵੇਗਾ ਪਾਉਣ ਨਾਲ? ਕਿਸ ਪਦਵੀ ਨੂੰ ਇਹ ਪਹੁੰਚਾਵੇਗਾ ਅਤੇ ਕੀ ਘਟ ਜਾਵੇਗਾ ਇਸ ਦੇ ਨਾ ਪਹਿਨਣ ਨਾਲ? ਉੱਤਰ ਵਜੋਂ ਪੰਡਿਤ ਨੇ ਕਿਹਾ, ਨਾ ਪਾਈਏ ਤਾਂ ਬ੍ਰਾਹਮਣ ਅਤੇ ਖੱਤਰੀ ਦਾ ਧਰਮ ਨਹੀਂ ਰਹਿੰਦਾ। ਮਹਾਰਾਜ ਨੇ ਮੋੜਵੀਂ ਪਰ ਲੱਗਦੀ ਗੱਲ ਕਹੀ, ਤੁਸੀਂ ਦੱਸੋ ਪੰਡਿਤ ਜੀ, ਕਿਹੜਾ ਕੁਕਰਮ ਨਹੀਂ ਜੋ ਬ੍ਰਾਹਮਣ ਅਤੇ ਖੱਤਰੀ ਧਨ ਦੇ ਲਾਲਚ ਹਿੱਤ ਨਹੀਂ ਕਰ ਰਿਹਾ? ਚੁਗਲਖੋਰ ਹੋ ਕੇ ਖੱਤਰੀਆਂ ਨੇ ਗੁਲਾਮੀ ਦੀ ਜੰਜੀਰ ਸਭ ਨੂੰ ਪਵਾ ਦਿੱਤੀ ਹੈ। ਸਦੀਆਂ ਤੋਂ ਬਣੇ ਬ੍ਰਾਹਮਣ ਦੇ ਭੱਤ ਦੇ ਤੋੜਨ ਦਾ ਪਹਿਲਾ ਸਫਲ ਯਤਨ ਸੀ। ਧਰਮ ਦੇ ਰਾਖਿਆਂ ਵੱਲੋਂ ਹੁੰਦੇ ਜ਼ਬਰ ਤੇ ਇਹ ਕਰਾਰੀ ਸੱਟ ਸੀ ਜੋ ਬਾਬੇ ਨੇ ਮਾਰੀ। ਬ੍ਰਾਹਮਣ ਦਾ ਜੰਝੂ ਤੀਰੇ ਧਾਗੇ ਦਾ ਸੀ, ਖੱਤਰੀ ਲਈ ਦੂਰੇ ਅਤੇ ਵੈਸ਼ ਲਈ ਇਕਹਿਰੇ ਧਾਗੇ ਦਾ ਸੀ, ਪਰ ਸ਼ੂਦਰ ਨੂੰ ਇਸ ਦੇ ਪਾਉਣ ਦਾ ਅਧਿਕਾਰ ਨਹੀਂ ਸੀ। ਫਿਰ ਬ੍ਰਾਹਮਣ ਬਸੰਤ ਰੁੱਤੇ, ਖੱਤਰੀ ਗਰਮੀ ਦੀ ਅਤੇ ਵੈਸ਼ ਪਤਝੜ ਵਿੱਚ ਪਹਿਨਦਾ ਸੀ। ਬ੍ਰਾਹਮਣ ਜ਼ਬਰ ਨਾਲ ਮੂੰਹ ਮੰਗੀ ਦਕਸ਼ਨਾ ਅਤੇ ਖਾਣਾ ਮੰਗਦੇ ਸਨ। ਜਿਸ ਵਿਚਾਰੇ ਕਿਰਤੀ ਕੋਲ ਡੰਗ ਦੀ ਰੋਟੀ ਵੀ ਨਹੀਂ ਸੀ, ਉਸ ਨੂੰ ਮਜਬੂਰ ਕੀਤਾ ਜਾਂਦਾ ਸੀ ਕਿ ਉਹ ਜਸ਼ਨ ਕਰਾਏ, ਕਹੋ ਬੱਕਰਾ ਰਿੰਨ ਖੁਆਏ। ਧਰਮ ਦੇ ਸਹਾਰੇ ਐਸੇ ਕੁਕਰਮ ਕਰਨ ਵਾਲੇ ਬ੍ਰਾਹਮਣ ਨੂੰ ਕੁਰੀਤੀਆਂ ਤੋਂ ਰੋਕਣਾ ਇੱਕ ਇਨਕਲਾਬ ਹੀ ਸੀ। ਪਿੱਛੋਂ ਜਾ ਕੇ ਜਦ ਔਰੰਗਜ਼ੇਬ ਨੇ ਜਬਰੀ ਜੰਝੂ ਉਤਾਰਨਾ ਚਾਹਿਆ ਤਾਂ 9ਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਹੀ ਕੁਰਬਾਨ ਕਰ ਦਿੱਤਾ। ਇਤਿਹਾਸ ਦਾ ਵਿਦਿਆਰਥੀ ਤਾਂ ਹੈਰਾਨ ਹੁੰਦਾ ਹੈ ਕਿ 9 ਸਾਲ ਦੇ ਗੁਰੂ ਨਾਨਕ ਕਹਿੰਦੇ ਹਨ ਕਿ ਮੈਂ ਜੰਝੂ ਨਹੀਂ ਪਾਉਣਾ। 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ ਕਿ ਮੈਂ ਜੰਝੂ ਉਤਰਨ ਨਹੀਂ ਦੇਣਾ। ਗੁਰੂ ਨਾਨਕ ਦੇਵ ਜੀ ਦੇ ਪਿਤਾ ਕਹਿੰਦੇ ਹਨ ਬੱਚਾ ਪਾ ਲੈ। ਉਧਰ ਗੁਰੂ ਗੋਬਿੰਦ ਸਿੰਘ ਦੇ ਪਿਤਾ ਨੂੰ ਕਹਿੰਦੇ ਹਨ ਕਿ ਜੰਝੂ ਦੀ ਰੱਖਿਆ ਕਰੋ। ਲੜਾਈ ਨਾ ਪਾਉਣ ਦੀ ਹੈ, ਨਾ ਹੀ ਉਤਾਰਨ ਦੀ। ਲੜਾਈ ਵਿਤਕਰੇ ਵਿਰੁੱਧ, ਜਬਰ ਵਿਰੁੱਧ ਹੈ। ਇਹ ਕੋਈ ਦੋਹਾਂ ਕਰਮਾਂ ਦੀ ਆਪਸੀ ਵਿਰੋਧਤਾ ਨਹੀਂ। ਜਿਸ ਨੇ ਤਲਵੰਡੀ ਦੀ ਆਵਾਜ਼ ਨੂੰ ਸੁਣਿਆ ਹੈ, ਉਸ ਨੂੰ ਇਹ ਵਿਰੋਧਤਾ ਨਹੀਂ ਜਾਪੇਗੀ। ਗੁਰੂ ਨਾਨਕ ਦਾ ਮਤ ਸੀ, ਨਾ ਮੈਂ ਜਬਰ ਨਾਲ ਜੰਝੂ ਪਹਿਨਣ ਦੇਣੇ ਹਨ ਅਤੇ ਨਾ ਹੀ ਜਬਰਨ ਨਾਲ ਉਤਾਰਨ ਦੇਣੇ ਹਨ। ਗੁਰੂ ਘਰ ਜਬਰ ਵਿਰੁੱਧ ਇੱਕ ਤਕੜੀ ਆਵਾਜ਼ ਸੀ। ਮਹਿਮਾ ਪ੍ਰਕਾਸ਼ ਅਨੁਸਾਰ ਪੰਡਿਤ ਹਰਦਿਆਲ ਜਦ ਜੰਝੂ ਪਾਉਣ ਲਈ ਅੱਗੇ ਵਧਿਆ ਤਾਂ ਆਪ ਹੱਸ ਕੇ ਬੋਲੇ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟੂ ਦਾ ਸ਼ਲੋਕ ਉਚਾਰਿਆ। ਮਿਹਰਬਾਨ ਦੀ ਜਨਮ ਸਾਖੀ ਅਨੁਸਾਰ ਪੰਡਿਤ ਕੋਲੋਂ ਪੁੱਛਿਆ ਗਿਆ कि पंडित खत्री का धर्म जनेऊ सो रहता है कि धर्म कर्म कर रहता है। वह अवाक हो गया, उसके रोंगटे खड़े हो गए अते बेनती की कि ऐसा कोई जंजू है तां आप कृपा करके दसो। गुरु जी ने दया कपाह वाला श्लोक उचारिया, सुन हरदयाल सो आस उपदेश हृदय धार लिख लिख जगतेस। जद पहला आपा जी नूं एक मूर्ति अगे मत्था टेकन लई कहा तां गुरु जी ने कहा कि इस पत्थर अगे सिर क्यों झुकावां। पंडित ने कहा विष्णु का साकार रूप है। गुरु जी ने कहा पत्थर किवें प्रभु का साकार रूप है। पंडित का अगों कहना सी कि साकार रूप बगैर पूजा हो ही नहीं सकती। गुरु जी ने फरमाया सारी मानव सृष्टि उस परमात्मा का साकार रूप है। छेड़ू जद 10 वरियां दे सन ਅਤੇ ਮੱਝੀਆਂ ਨੂੰ ਲੈ ਕੇ ਖੇਤਾਂ ਵਿੱਚ ਛੇੜਨ ਵੀ ਜਾਂਦੇ ਸਨ। ਇੱਕ ਵਾਰੀ ਮੱਝੀਆਂ ਜਦ ਲਾਮੇ ਦੇ ਖੇਤ ਨੂੰ ਚਰ ਗਈਆਂ ਤਾਂ ਸ਼ਿਕਾਇਤਾਂ ਵੀ ਹੋਈਆਂ।
पर जद जाके देखिया तां सब कुछ हरिया सी। राय बुलार ने जट कोलों सारा हाल पुछया तां उस कहा, राय जी उजाड़ा तां उजाड़े नाल है, पर नानक कालू दा पुत्तर अजमित वाला डिठा वड्डियां खुदाए दियां सिफतां करदा है, ऐसियां नसीहतां दिंदा है कि सुनिया तब किसी की नहीं रहिंदी। गुरु नानक जी ने कहा, भाई वे तेरा किछ नहीं उजड़िया, क्या होया कि किसे मही मूँह मारिया, खुदाए इसे विच बरकत पावसी। उस समय राय बुलार हाकम तलवंडी ने कहा, अनायत खुदा दी है, क्या मुश्किल है खुदाए सरवर दे, क्या लगदा जां सवरिया भावें। उत्थे ही अज क्यारा साहिब गुरुद्वारा है। उन्हां दे 10वें वरे दे सरूप बारे जन्म साखी वाले लिखते हैं, देह बालक सरूप मत अगा संपूर्ण मत जोत स्वरूप ब्रह्म सब लगे उस्तत करन। लोकी कहण परमेश्वर की जोत हूँ वाह वाह, देखिया तो जोत स्वरूप, बोले तो ज्ञान रूप आश्चर्य बालक है। रजा जो कुछ तलवंडी विच होए आप जी मूहों भला होए ही कहिंदे, यह भला ही उन्हां दा परम तत्त है। जो करे जी तिसे रजाए उन्हां दी आसा दी वार है, हुक्म रजाई चलना उन्हां दी दृष्टि विच जपजी दी पहली पौड़ी है। जो कुछ करे सो भला कर मानिए, हिकमत हुक्म चुकाया उन्हां दा शब्द है। हिकमत राही दुनिया हुज्जत करदी है हते हुक्म मनवा के आफरी आफरी फिरदी है। दोहां नूं मिटाउण नाल ही हिजर दी पीड़ मिट सकेगी। क्या भरम क्या माया कही है, जो तिस भावे सो ही भला, अते जो कुछ करना सो कर रहा दी पट्टी नानक शायर ने लिखी है। तेरी गत मित तू है जाने, क्या क्यों आख वखाने। उन्हां दी सिद्ध गोष्ठ दा अंतिम सिट्टा है। उन्हां दे उचारे तुखारी राग दे 12 माह, जिस बारे मनौत है कि उन्हां तलवंडी नूं सामने रख के उचारिया दा प्रधान विशा भला ही है। जिंदगी दे 12 माह ओहो ही सुख सहज सोहज स्वाद अते आनंद नाल गुजार सकेगा जो हर हाल भला आखेगा। जेठ दी गर्मी होवे गुरु नानक जी महा जेठ भला प्रीतम क्यों बिसरे ही आखणगे। असाड़ तप जाए तां भी उन्हां दे मुख तों असाड़ भला सूरज गगन तपे ही निकलेगा। रुत बदल जाए पोख तुखार हो जाए ओहो मगर माह भला हर गुण अंक समावई अते माघ पुनीत ही कहणगे। फिर चेत बसंत आ जाए ओहो मुबारकां जरूर लैण देणगे। पर शुकर वजों मुखों चेत बसंत भला भवर सुहावड़े ही फरमाउणगे। विसाखी वाले दिन अपनी फसल नूं पक्की होई देख के ओह भंगड़े पा नच नहीं उठणगे, सगों उस समय दया अते शुकर दे घर जाणगे अते विसाख भला साखां वेस करे। धन देखे हर द्वार आवे दया करे दी ही धुनी लगाउणगे। भला भला कहण वालियां दी छां कदे नहीं ढलदी। कौतक 11 सालां दे होए तां एक वारी रुख दी छां ना ढली। छां ना ढलदी वेख के राय बुलार ने कहा सी, देख कुदरत खुदाए दी इस बालक उपर छांव टिकी खड़ी है, होरनां रुखां दी छांव ढल गई है, अर जिस पासे पिया है ओह बालक उत्थे ही पिया है। कासा पौंटिया मुतलिक नाही, वड्डा हैरान हुआ है। कोई वली खुदाए यह पैदा कीता है, यह सीधा मनुख नहीं। फिर मेहता कालू जी कोल जाके कहा, हे भाई कालू, मत जाने कि यह पुत्र मेरा है,
ਪਾਲ ਪੋਸ ਵੱਡਾ ਕੀਆ ਹੈ। ਮਤ ਇਹ ਗੱਲਾਂ ਜਾਣਦਾ ਹੋਏ ਕਿ ਕੋਈ ਗੱਲ ਟਹਿਲ ਫਰਮਾਇਸ਼ ਕਰਦਾ ਹੋਵੇ, ਉਹ ਤੇਰਾ ਪੁੱਤਰ ਨਹੀਂ, ਵੱਡਾ ਬਜ਼ੁਰਗ ਹੈ। ਕੋਈ ਖੇਲ ਖੁਦਾਏ ਦਾ ਹੈ, ਪਰ ਅਜ਼ਮਤ ਸਾਥ ਭਰਿਆ ਹੈ। ਤੂੰ ਇਸ ਨੂੰ ਖਿਦਮਤ ਹੀ ਕਰਦਾ ਰਹਿ। ਜੇ ਕਿਤੇ ਮਰਾਤਬੇ ਪਹੁੰਚਿਆ ਲੋੜਦਾ ਚਾਹੇ, ਉਹ ਗਾਉਸ ਖੁਦਾਏ ਹੈ, ਚੇਤੇ ਰੱਖੀ। ਫਿਰ ਅਗਲੇ ਦਿਨ ਸੱਪ ਨੂੰ ਗੁਰੂ ਨਾਨਕ ਦੇਵ ਜੀ ਦੇ ਮੁਖੜੇ ਤੇ ਛਾਉਂ ਕਰਦੇ ਦੇਖਿਆ ਤਾਂ ਰਾਏ ਬੁਲਾਰ ਪੁਕਾਰ ਹੀ ਉੱਠਿਆ, ਯਾਰੋ ਕੱਲ ਵੀ ਡਿੱਠਾ ਸੀ, ਅੱਜ ਵੀ ਡਿੱਠਾ ਹੈ। ਸੱਦੋ ਮਹਿਤਾ ਕਾਲੂ ਨੂੰ। ਮਤੇ ਪੁੱਤਰ ਨੂੰ ਫਿੱਟੇ ਮੂੰਹ ਕਹਿੰਦਾ ਹੋਵੇ, ਇਸ ਦਾ ਸਦਕਾ ਤਾਂ ਮੇਰਾ ਸ਼ਹਿਰ ਵਸਦਾ ਹੈ। ਸ਼ਹਿਰ ਕੀ ਸੰਸਾਰ ਹੀ ਉਸੇ ਸਦਕਾ ਵਸਦਾ ਹੈ, ਜਿਸ ਵਿੱਚ ਉਜੜਿਆ ਹਰਾ ਕਰਨ ਦੀ ਸ਼ਕਤੀ ਹੈ, ਜਿਸ ਨੂੰ ਹਰਖ ਸੋਗ ਧੁੱਪ ਛਾਂ ਇੱਕੋ ਜਿਹੀ ਲੱਗਦੀ ਹੈ, ਜਿਸ ਪਾਸ ਜ਼ਹਿਰ ਵੀ ਪੁੱਜ ਕੇ ਅੰਮ੍ਰਿਤ ਹੋ ਜਾਂਦਾ ਹੈ ਅਤੇ ਸਰਪ ਸਿਰ ਝੁਕਾ ਨਮਸਕਾਰਾਂ ਕਰਦਾ ਹੈ। ਪੁਰਾਤਨ ਜਨਮ ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਕ ਹੋਰ ਕਾਮਲ ਬਚਨ ਸਾਂਭਿਆ ਮਿਲਦਾ ਹੈ। ਇੱਥੇ ਇੱਕ ਦਾ ਸਦਕਾ ਸ਼ਹਿਰ ਵਸਦਾ ਹੈ, ਉੱਥੇ ਇੱਕ ਦਾ ਸਦਕਾ ਉਜੜਦਾ ਵੀ ਹੈ। ਸਾਖੀ ਇਸ ਤਰ੍ਹਾਂ ਹੈ। ਭਾਈ ਮਰਦਾਨਾ ਜੀ ਨੇ ਜਦ ਐਮਨਾਬਾਦ ਦਾ ਕਤਲਾਮ ਹੁੰਦਾ ਡਿੱਠਾ ਤਾਂ ਉਹਨਾਂ ਨੂੰ ਸ਼ੰਕਾ ਉਪਜਿਆ ਕਿ ਇੰਨੇ ਬਦੋਸ਼ੇ ਕਿਉਂ ਮਾਰੇ ਗਏ। ਗੁਰੂ ਨਾਨਕ ਦੇਵ ਜੀ ਨੇ ਉੱਤਰ ਦੇਣ ਦੀ ਥਾਂ ਕਿਹਾ ਕਿ ਉਹ ਸਾਹਮਣੇ ਵਾਲੇ ਰੁੱਖ ਦੇ ਥੱਲੇ ਜਾ ਬੈਠੇ। ਉਹ ਅਜੇ ਬੈਠਾ ਹੀ ਸੀ ਕਿ ਅੱਖ ਲੱਗ ਗਈ। ਕੀੜੀਆਂ ਦੇ ਭੌਣ ਵਿੱਚੋਂ ਇੱਕ ਨੇ ਸੁੱਤੇ ਹੋਏ ਮਰਦਾਨੇ ਨੂੰ ਡੰਗ ਮਾਰਿਆ। ਮਰਦਾਨਾ ਜੀ ਨੇ ਸਾਰੀਆਂ ਨੂੰ ਇੱਕੋ ਹੀ ਝਟਕੇ ਨਾਲ ਮਸਲ ਦਿੱਤਾ ਤਾਂ ਬਾਬੇ ਕਿਹਾ, ਮਰਦਾਨਿਆ ਇਹ ਕੀ? ਮਹਾਰਾਜ ਇੱਕ ਨੇ ਮੈਨੂੰ ਡੰਗ ਮਾਰਿਆ। ਮਰਦਾਨੇ ਦਾ ਉੱਤਰ ਸੀ, ਮਰਦਾਨਿਆ ਉਸ ਇੱਕ ਨੂੰ ਮਾਰਨਾ ਸੀ ਜਿਸਨੇ ਤੈਨੂੰ ਕੱਟਿਆ, ਬਦੋਸ਼ੀਆਂ ਨੂੰ ਕਿਉਂ ਮਾਰਿਆ? ਮਹਾਰਾਜ ਦਾ ਤਰਕ ਸੀ। ਮਰਦਾਨੇ ਨੇ ਹੱਥ ਜੋੜ ਕਿਹਾ, ਮਹਾਰਾਜ ਪਿੱਛੇ ਜਿਉਂ ਮਾੜੇ ਦੇ ਲੱਗੇ ਸਨ, ਮਰਨਾ ਹੀ ਸੀ। ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਇਵੇਂ ਹੀ ਮਰਦੀ ਆਈ ਲੁਕਾਈ ਮਰਦਾਨਿਆ ਇਕਸ ਕਾ ਸਦਕਾ। ਕੈਸੀ ਕੌੜੀ ਸੱਚਾਈ ਆਖੀ ਬਾਬੇ ਨੇ ਕਿ ਇਕਸ ਕਾ ਸਦਕਾ ਮਰਦੀ ਆਈ ਦੁਨੀਆ। ਜੇ ਘਰ ਦਾ ਬਾਪੂ ਸਿਰ ਫਿਰਿਆ ਹੈ ਤਾਂ ਘਰ ਤਬਾਹ, ਜੇ ਕਾਰਪੋਰੇਸ਼ਨ ਦਾ ਮੇਅਰ ਅਕਲੋਂ ਕੋਰਾ ਹੈ ਤਾਂ ਸ਼ਹਿਰ ਬਰਬਾਦ, ਅਤੇ ਜੇ ਪ੍ਰਦੇਸ਼ ਦਾ ਮੁਖੀ ਵਿਭਚਾਰੀ ਹੈ ਤਾਂ ਪ੍ਰਦੇਸ਼ ਦਾ ਰੱਬ ਰਾਖਾ, ਅਤੇ ਜੇ ਕੌਮ ਦੇ ਆਗੂ ਦਾ ਉੱਪਰਲਾ ਚੁਬਾਰਾ ਖਾਲੀ ਹੈ ਤਾਂ ਕੌਮ ਵਾਸਤੇ ਧੱਕੇ ਧੌੜੇ ਅਤੇ ਲਾਹਨਤਾਂ ਹੀ ਹਨ। ਖੁਸ਼ ਵਕਤ ਰਾਏ ਨੇ ਤਵਾਰੀਖ ਇਹ ਸਿੱਖਾਂ ਵਿੱਚ ਖੇਤ ਹਰਿਆ ਕੀਤਾ, ਛਾਂ ਉਂਝ ਦੀ ਤਿਉਂ। ਬਾਬੇ ਦੇ ਸਿਰ ਮੌਜੂਦ ਅਤੇ ਫਨੀਅਰ ਸੱਪ ਨੇ ਆਪਣੀ ਛਜਲੀ ਨਾਲ ਗੁਰੂ ਨਾਨਕ ਦੇਵ ਜੀ ਦੇ ਪਾਵਨ ਸਿਰ ਤੇ ਛਾਂ ਕੀਤੀ ਦਾ ਵਰਣਨ ਕਰਨ ਪਿੱਛੋਂ ਲਿਖਿਆ ਹੈ ਕਿ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਨਿਰਾ ਪੁੱਤਰ ਹੀ ਨਾ ਜਾਣੇ, ਉਹ ਤਾਂ ਰੱਬੀ ਦਰਗਾਹ ਵਿੱਚ ਸਨਮਾਨਿਆ ਹੋਇਆ ਕੋਈ ਵਲੀ ਹੈ। ਕੀਰਤਨ ਦੀ ਉਤਪੱਤੀ। ਗੁਰੂ ਨਾਨਕ ਦੇਵ ਜੀ ਸਦਾ ਸਮਝਾਉਂਦੇ, ਨਾਨਕ ਹਉਮੈ ਰੋਗ ਬੁਰੇ, ਹਉਮੈ ਵੀ ਸੂਖਮ ਹੈ ਅਤੇ ਸ਼ਬਦ ਵੀ ਸੂਖਮ, ਪਰ ਸ਼ਬਦ ਨਾਲ ਜੇ ਰਾਗ ਰਲਾ ਦਿੱਤਾ ਜਾਏ ਤਾਂ ਐਸਾ ਔਖਦ ਤਿਆਰ ਹੋ ਜਾਂਦਾ ਹੈ ਜੋ ਕਰੜੀ ਤੋਂ ਕਰੜੀ ਹਉਮੈ ਨੂੰ ਜੜੋਂ ਉਜਾੜ ਸਕਦਾ ਹੈ। ਇਸ ਸੋਚ ਵਿੱਚ ਬਾਹਰ ਬ੍ਰਿਸ਼ਾਂ ਹੇਠਾਂ ਇੱਕ ਦਿਨ ਲੇਟੇ ਹੋਏ ਸਨ ਕਿ ਉਹਨਾਂ ਦੇ ਕੰਨਾਂ ਵਿੱਚ ਰਬਾਬ ਵਜਾਉਣ ਦੀ ਆਵਾਜ਼ ਆਈ। ਗੁਰੂ ਜੀ ਉੱਠ ਕੇ ਰਬਾਬ ਵਜਾਉਣ ਵਾਲੇ ਦੇ ਪਾਸ ਗਏ ਅਤੇ ਪੁੱਛਿਆ, ਭਾਈ ਤੇਰਾ ਨਾਉਂ ਕਿਆ ਹੈ? ਤਾਂ ਉਸਨੇ ਕਿਹਾ, ਮੇਰਾ ਨਾਉਂ ਦਾਨਾ, ਲੋਕ ਮਰਾਸੀ ਕਹਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਇਹ ਸੁਣ ਕੇ ਆਖਿਆ, ਤੂੰ ਰਬਾਬ ਭਲੀ ਵਜਾਉਂਦਾ ਹੈ ਅਤੇ ਤੈਨੂੰ ਰਾਗਾਂ ਦੀ ਭਲੀ ਸੋਝੀ ਹੈ, ਪਰ ਜੇ ਤੂੰ ਸਾਡੀ ਸੰਗਤ ਕਰੇ ਅਤੇ ਇਹ ਰਾਗ ਸ਼ਬਦ ਪਾਏ ਕੇ ਗਾਵੇਂ ਤਾਂ ਤੇਰਾ ਦੀਨ ਦੁਨੀ ਵਿੱਚ ਉਧਾਰ ਕਰੀਏ। ਦਾਨਾ ਨੇ ਕਿਹਾ, ਅਸੀਂ ਧਨੀ ਲੋਕਾਂ ਨੂੰ ਰਾਗ ਸੁਣਾ ਕੇ 4 ਪੈਸੇ ਲਿਆਉਂਦੇ ਹਾਂ, ਆਪਣੇ ਧੀਆਂ ਪੁੱਤਰਾਂ ਦਾ ਦੁਨੀਆ ਵਿੱਚ ਗੁਜਰਾਨ ਕਰਦੇ ਹਾਂ। ਅਸੀਂ ਜੇ ਤੇਰੇ ਨਾਲ ਲੱਗਾਂਗੇ ਤਾਂ ਕੁਟੰਬੀ ਹੈਨੀ, ਸੋ ਸਭ ਭੁੱਖ ਨਾਲ ਹੀ ਮਰ ਜਾਣਗੇ ਅਤੇ ਭੁੱਖਿਆਂ ਨਿਵਾਜ ਰੋਜ਼ਾ ਵੀ ਨਹੀਂ ਹੋਣਾ। ਦੀਨ ਅਤੇ ਦੁਨੀ ਵੀ ਸਾਡੇ ਐਵੇਂ ਹੀ ਜਾਣਗੇ ਅਤੇ ਤੁਸੀਂ ਉਧਾਰ ਕਿਸ ਤਰ੍ਹਾਂ ਕਰੋਗੇ?
ਤਾਂ ਸਾਹਿਬ ਵਚਨ ਕੀਤਾ, ਦਾਨੀਆਂ ਤੂੰ ਦੀਵਾਨਾ ਹੋਇਆ ਹੈ, ਸਭ ਪ੍ਰਤੀਪਾਲਨ ਈਸ਼ਵਰ ਕਰਦਾ ਹੈ। ਨਮਾਜ਼ ਅਤੇ ਰੋਜ਼ਾ ਖੁਦਾ ਦੇ ਘਰੋਂ ਬਖਸ਼ਿਸ਼ ਹੈ। ਖੁਦਾ ਦਾ ਘਰ ਮਹਾਂਪੁਰਸ਼ਾਂ ਦਾ ਰਿਦਾ ਹੈ। ਜਦ ਲੇਖਾ ਹੋਵੇਗਾ ਤਾਂ ਕਿਸੇ ਨੇ ਹਾਮੀ ਨਹੀਂ ਭਰਨੀ। ਫਿਰ ਨਾਨਕ ਦੇਵ ਜੀ ਨੇ ਸਮਝਾਉਂਦੇ ਹੋਏ ਕਿਹਾ, ਦਾਨੀਆਂ ਜੇ ਹੁਣ ਵੀ ਮਰਦਾਨਾ ਹੋਵੇਂ ਸ਼ਬਦ ਪਾਏ ਕੇ ਰਾਗ ਗਾਵੇਂ ਤਾਂ ਤੇਰਾ ਦੋਹਾਂ ਲੋਕਾਂ ਦਾ ਕਾਰਜ ਹੋਵੇਗਾ। ਦਾਨਾ ਮਰਦਾਨਾ ਬਣ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਗੁਰੂ ਨਾਨਕ ਜੀ ਨਾਲ ਹੋ ਉੱਠਿਆ। ਮੁਨਸ਼ੀ ਸੁਜਾਨ ਰਾਏ ਨੇ ਖੁਲਾਸਤ ਉਤ ਤਵਾਰੀਖ ਵਿੱਚ ਇਸੇ ਗੱਲ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦਾ ਵਿਸ਼ੇਸ਼ ਸਾਥੀ ਮਰਦਾਨਾ ਨਾਮ ਦਾ ਰਬਾਬੀ ਸੀ, ਜੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੋਝ ਅਤੇ ਦਿਲ ਨੂੰ ਟੁੰਬਵੀਂ ਸੁਰ ਵਿੱਚ ਗਾਉਂਦਾ ਸੀ। ਤਲਵੰਡੀ ਵਿਖੇ ਕੀਰਤਨ ਦੀ ਉਤਪੱਤੀ ਹੋਈ। ਬਾਬੇ ਦੇ ਸ਼ਬਦ ਅਤੇ ਮਰਦਾਨੇ ਦੀ ਰਬਾਬ ਨੇ ਉਹ ਕਰਾਮਾਤ ਕੀਤੀ ਜਿਸ ਦਾ ਬਦਲ ਸੰਸਾਰ ਨੂੰ ਅਜੇ ਤੱਕ ਨਹੀਂ ਲੱਭਾ ਅਤੇ ਸ਼ਾਇਦ ਹੀ ਕਦੇ ਲੱਭੇ। ਭਾਈ ਮਰਦਾਨੇ ਪੁੱਛਿਆ ਵੀ, ਬਾਬਾ ਇਹ ਜੋ ਕੀਰਤ ਹਮ ਗਾਵਤੇ हैं ਇਹ ਹੀ ਸ਼ਬਦ ਹੈ, ਇਸੀ ਹੀ ਮਹਿ ਮੁਕਤ ਹੈ ਕਿ ਨਾ? ਉਹ ਸ਼ਬਦ ਕਿਛ ਅਵਰ ਤਾਂ ਨਹੀਂ? ਗੁਰੂ ਨਾਨਕ ਨੇ ਕਿਹਾ, ਇਹੀ ਕਿਰਤ ਸ਼ਬਦ ਹੈ कि गुरु कहता है मन में सुरत कर समझे तिसी की मुक्ति होए, साईं किरत मुक्त है। यह किरत अर मुक्त इको है। पच्छम ने बाहरले रोगां दा इलाज तां लभ लिया पर अंदर दा नहीं लभ सकिया। तारीख ए पंजाब विच लिखिया मिलदा है कि मरदाने दी रबाब दी हर तार विचों निरंकार नानक बंदा तेरा है दी धुनी निकलदी रहिंदी सी। बाबा जी करतार करतार बोलते रहंदे सन। जिस दाना नूं पहिलां अपने बच्चिਆਂ ਦੇ ਦਾਣੇ ਫੱਕੇ ਦਾ ਫਿਕਰ ਸੀ, ਉਹ ਹੀ ਹੁਣ ਸਿਰਫ ਸ਼ਬਦ ਕਿਰਤ ਅਤੇ ਨਾਮ ਦਾ ਹੀ ਢੰਡਾਊ ਹੋ ਗਿਆ। ਮੁਨਸ਼ੀ ਸੋਹਣ ਲਾਲ ਸੁਰੀ ਨੇ ਵੀ ਗਵਾਹੀ ਭਰੀ ਹੈ ਕਿ ਮਰਦਾਨੇ ਦੀ ਰਬਾਬ ਵਿੱਚੋਂ ਵਾਹਿਗੁਰੂ ਦੀ ਏਕਤਾ ਦੀ ਬਾਣੀ ਨਿਕਲਦੀ ਰਹਿੰਦੀ ਸੀ ਅਤੇ ਜਦ ਉਹ ਬਾਣੀ ਗਾਉਂਦਾ ਸੀ ਤਾਂ ਉਸ ਦਾ ਚਿਹਰਾ ਜਗਮਗਾ ਉੱਠਦਾ। जो आग्या गुरु नानक देव जी ने कीती, मरदाना जी ने उसे उत्ते फुल चढ़ाए। जद बटाले तो मुड़े तां विआह दा जोड़ा गुरु नानक देव जी ने मरदाना जी नूं दे दिता ते कहा, अज तो किसे कोलों कुछ मंगना नहीं, दाता अकाल पुरख है, जिस चीज़ की लोड़ होई मैनू दस। फिर दिखा दिंदे होए कहा, मरदानिया 3 बातां करी, एक सिर ते केस नहीं कटाउणे, दूजा पिछल रात सतनाम दा जाप करी अते तीजे साध संत आमदे जामदे दी टहल करनी। अपनी पहनी कमीज भी मरदाने नूं दिती। साखी भी आउंदी है कि एक नगर विच लोकां ने बहुत ही धन वस्त्र अते अन्न गुरु नानक जी नूं भेंट कीते। मरदाना जी ने इकट्ठे कीते अते कहा, लोकां जो चढ़ाए सो आने हैनी, जिवें रजाए होवे तिवें मैं करी। गुरु नानक जी ने कहा, मरदानिया तैं तां इह आंदे सो भला कीता, पर इह साडे काम नहीं पए भट, इह सट घत थाऊं। मरदाना जी ने सब पदार्थ उत्थे ही सुट दिते। मरदाना जी गुरु नानक देव जी दा पूरा सुभाव जान गए सन। भाई मरदाना उन्हां नूं गुरु नानक देव जी वल्लों मिलिया खिताब सी। उन्हां दा पावन नां दाना सी। भाई दाना जी दे पूज पिता जी दा नां भाई बदरे सी अते माता जी दा नां लखो सी। महाकोश दे लिखारी भाई काहन सिंह दे लिखे अनुसार उन्हां दा जन्म तलवंडी विखे 1459 ईस्वी नूं होया। इस हिसाब नाल उमरों ओह गुरु नानक देव जी तो 10 कुछ साल वड्डे सन। उन्हां दा देहांत 19 नवंबर सन 1534 ईस्वी मुताबक 13 मगर 1591 नूं होया। पर एक गल महाकोश विच अजिही लिखी है जो इतिहास की कसवट्टी ते पूरी नहीं उतरदी। महाकोश विच वर्णन है कि मरदाना जी का देहांत दरिया
ਕੁਰਮ ਦੇ ਕਿਨਾਰੇ ਕੁਰਮ ਸ਼ਹਿਰ ਵਿਖੇ ਹੋਇਆ ਅਤੇ ਗੁਰੂ ਨਾਨਕ ਦੇਵ ਜੀ ਨੇ ਸੰਸਕਾਰ ਆਪਣੇ ਹੱਥੀਂ ਕੀਤਾ। ਸੰਨ 1534 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਕਿਸੇ ਵੀ ਹਿਸਾਬ ਨਾਲ ਕੁਰਮ ਨਹੀਂ ਹੋ ਸਕਦੇ ਜਾਂ ਪੁੱਜ ਸਕਦੇ। ਫਿਰ ਆਪੂ ਜੇ ਮਰਦਾਨਾ ਜੀ ਉੱਥੇ ਗਏ ਹੋਣ ਅਤੇ ਉਹਨਾਂ ਦੀ ਅਚਾਨਕ ਮੌਤ ਹੋ ਗਈ ਹੋਵੇ ਤਾਂ ਹੱਥੀਂ ਸੰਸਕਾਰ ਨਹੀਂ ਹੋ ਸਕਦਾ। ਸੋ ਇਹ ਠੀਕ ਅਤੇ ਜੱਚਦਾ ਹੈ ਕਿ ਭਾਈ ਮਰਦਾਨਾ ਜੀ ਨੇ ਕਰਤਾਰਪੁਰ ਹੀ ਪ੍ਰਾਣ ਤਿਆਗੇ ਅਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਰਾਵੀ ਕਿਨਾਰੇ ਸੰਸਕਾਰ ਕੀਤਾ। ਭਾਈ ਮਰਦਾਨਾ ਜੀ ਦੇ 2 ਪੁੱਤਰ ਰਜਾਦਾ ਅਤੇ ਸਜਾਦਾ ਸਨ। ਸਜਾਦਾ ਜੀ ਤਲਵੰਡੀ ਹੀ ਰਹੇ ਅਤੇ ਰਜਾਦਾ ਜੀ ਕਰਤਾਰਪੁਰ ਆ ਟਿਕੇ। ਬਾਬਾ ਅਤੇ ਮਰਦਾਨਾ ਦੋਵੇਂ ਕਿੰਨੇ ਨੇੜੇ ਹੋ ਗਏ, ਉਸ ਦੀ ਉਦਾਹਰਣ ਉਹ ਬਚਨ ਹਨ ਜੋ ਇੱਕ ਵਾਰੀ ਮਰਦਾਨਾ ਜੀ ਆਖੇ। ਉਹਨਾਂ ਆਪਣੇ ਸੁਭਾਅ ਅਨੁਸਾਰ ਕਿਹਾ, ਬਾਬਾ ਤੇਰਾ ਮੇਰਾ ਬਹੁਤਾ ਅੰਤਰ ਨਹੀਂ, ਤੂੰ ਰੱਬ ਦਾ ਡੂਮ ਹੈ, ਮੈਂ ਤੇਰਾ ਡੂਮ। ਫਿਰ ਆਖਣ ਲੱਗਾ, ਤੈਂ ਖੁਦਾਏ ਪਾਇਆ ਹੈ, ਤੈਂ ਖੁਦਾਏ ਦੇਖਿਆ ਹੈ, ਤੇਰਾ ਕਹਿਆ ਖੁਦਾਏ ਕਰਦਾ ਹੈ। ਮੇਰੀ ਬੇਨਤੀ ਹੈ ਕਿ ਇੱਕ ਮੈਨੂੰ ਵਿਛੋੜਨਾ ਨਹੀਂ, ਆਪ ਨਾਹੇ ਨਾ ਇੱਥੇ ਨਾ ਉੱਥੇ। ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਬਖਸ਼ਿਸ਼ ਕਰਦੇ ਫਰਮਾਇਆ, ਮਰਦਾਨਿਆ ਤੁਧ ਉੱਪਰ ਮੇਰੀ ਖੁਸ਼ੀ ਹੈ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ। ਭਾਈ ਮਰਦਾਨਾ ਜੀ ਨਾਲ ਹੋਈਆਂ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਹੀ ਗੋਸ਼ਟਾਂ ਪੜ੍ਹਨ ਨਾਲ ਸੰਬੰਧ ਰੱਖਦੀਆਂ ਹਨ। ਹਰ ਗੋਸ਼ਟੀ ਨੇ ਕਈ ਗੁੱਝੇ ਭੇਦ ਖੋਲ੍ਹੇ ਹਨ। ਰਾਗ ਦੀ ਮਹੱਤਤਾ, ਧੰਨ ਪਿਰ ਦਾ ਵਿਛੜਨਾ, ਸਮਾਂ ਕਿਹੜਾ ਚੰਗਾ, ਦਰਿਆ ਤੇ ਤਾਂ ਬੇੜਾ ਹੁੰਦਾ ਹੈ, ਮਲਾਹ ਪਾਰ ਲੰਘਾਉਂਦਾ ਹੈ, ਤਿਵੇਂ ਸੰਸਾਰ ਦਰਿਆ ਹੈ, ਇਸੇ ਦਾ ਬੇੜਾ ਕੌਣ ਹੈ, ਲੰਘਾਉਣ ਵਾਲਾ ਕੌਣ ਹੈ, ਮਨੁੱਖ ਖੁਦਾ ਨਾਲ ਮਿਲਦਾ ਕਿਵੇਂ ਹੈ, ਜਿਸ ਨੇ ਉਸ ਨੂੰ ਪਾ ਲਿਆ ਕਿਵੇਂ ਕਰ ਜਾਣੀਏ, ਅਤੇ ਹੋਰ ਕਿੰਨੇ ਹੀ ਸਵਾਲ ਪੁੱਛੇ। ਇਹਨਾਂ ਪ੍ਰਸ਼ਨਾਂ ਤੋਂ ਭਾਈ ਮਰਦਾਨਾ ਜੀ ਦੀ ਲਗਨ ਅਤੇ ਤੀਖਣ ਬੁੱਧੀ ਦਾ ਪਤਾ ਲੱਗਦਾ ਹੈ। ਸੰਸਾਰ ਦੇ ਭਲੇ ਲਈ ਗੁਰੂ ਨਾਨਕ ਦੇਵ ਜੀ ਨੇ ਹਰ ਉਠਾਏ ਪ੍ਰਸ਼ਨ ਦਾ ਉੱਤਰ ਦਿੱਤਾ। ਰਾਗ ਤਾਂ ਸਭ ਭਲੇ ਹੈ ਨਹੀਂ, ਪਰ ਸਭ ਤੋਂ ਭਲਾ ਉਹ ਹੀ ਹੈ ਜਿਸ ਦੁਆਰਾ ਉਹ ਚਿਤ ਆਵੇ। ਸਭੇ ਰੁੱਤਾਂ ਅਰ ਸਭੇ ਮਾਹ ਉਸ ਲਈ ਭਲੇ ਹਨ ਜਿਨ੍ਹਾਂ ਨੂੰ ਪਰਮੇਸ਼ਰ ਚਿਤ ਆਉਂਦਾ। ਬਾਣੀ ਬਹੁਤ ਹੈ, ਗੁਰੂ ਲੰਘਾਵਣਹਾਰ ਮਲਾਹ ਹੈ। ਜੋ ਅੰਤਰ ਹਉਮੈ ਜੋ ਗਰਭ ਹੈ, ਸੇ ਦਿਲ ਤੇ ਨਿਵਾਰ ਦੂਰ ਕਰੇ ਤਾਂ ਹੀ ਇਹ ਸਾਹਿਬ ਨੂੰ ਪਾਏ। ਅੰਤਿਮ ਸਮੇਂ ਮਰਦਾਨਾ ਅਤੇ ਗੁਰੂ ਨਾਨਕ ਦਾ ਹੋਇਆ ਵਾਰਤਾਲਾਪ ਸੁਣਨ ਨਾਲ ਸੰਬੰਧ ਰੱਖਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਮਰਦਾਨਿਆ ਤੂੰ ਬੜਾ ਸਾਥ ਨਿਭਾਇਆ, ਜੇ ਤੂੰ ਚਾਹੇ ਤਾਂ ਤੇਰੇ ਮ੍ਰਿਤਕ ਸਰੀਰ ਨੂੰ ਬ੍ਰਾਹਮਣ ਵਾਂਗੂ ਪਾਣੀ ਵਿੱਚ ਰੋੜ ਦਈਏ ਅਤੇ ਤੇਰੀ ਇੱਛਾ ਹੋਵੇ ਤਾਂ ਖੱਤਰੀ ਵਾਂਗੂ ਸਾੜ ਦਈਏ। ਜੇ ਤੇਰਾ ਚਿੱਤ ਹੋਵੇ ਤਾਂ ਮੁਸਲਮਾਨ ਵਾਂਗੂ ਦਬਾ ਦਈਏ। ਜੇ ਤੇਰਾ ਦਿਲ ਹੋਵੇ ਤਾਂ ਵੈਸ਼ ਵਾਂਗੂ ਹਵਾ ਵਿੱਚ ਸੁੱਟ ਦਈਏ। ਮਰਦਾਨਾ ਜੀ ਨੇ ਉਸੇ ਵੇਲੇ ਕਿਹਾ, ਵਾਹ ਬਾਬਾ ਵਾਹ, ਅਜੇ ਵੀ ਸਰੀਰਾਂ ਦੇ ਚੱਕਰ ਵਿੱਚ। ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ, ਮਰਦਾਨਿਆ ਤੂੰ ਬੜਾ ਸਾਥ ਨਿਭਾਇਆ ਹੈ। ਮੇਰਾ ਚਿੱਤ ਕਰਦਾ ਹੈ ਕਿ ਤੇਰੇ ਜਾਣ ਤੋਂ ਬਾਅਦ ਚਿੱਟੇ ਪੱਥਰ ਦੀ ਸਮਾਧ ਬਣਾਵਾਂ। ਮਰਦਾਨਾ ਜੀ ਕੁਝ ਭਾਵੁਕ ਹੋ ਕੇ ਕਹਿਣ ਲੱਗੇ, ਬਾਬਾ ਬੜੀ ਮੁਸ਼ਕਿਲ ਨਾਲ ਤਾਂ ਸਰੀਰ ਰੂਪੀ ਸਮਾਧ ਵਿੱਚੋਂ ਨਿਕਲਣ ਲੱਗਾ ਹਾਂ, ਹੁਣ ਸੰਗੇ ਮਰਮਰ ਦੀ ਸਮਾਧ ਵਿੱਚ ਪਾਉਣਾ ਚਾਹੁੰਦੇ ਹੋ। ਇਹ ਹੈ ਮਰਦਾਨੇ ਦਾ ਰੂਪ ਜੋ ਸਰੀਰਾਂ ਤੋਂ ਉਤਾਂਦਾ ਸੀ। ਫਿਰ ਗੁਰੂ ਨਾਨਕ ਦੇਵ ਜੀ ਦਾ ਨੀਵੀਂ ਜਾਤ ਦੇ ਇੱਕ ਡੂਮ ਨੂੰ ਆਪਣਾ ਸਾਥੀ ਬਣਾਉਣਾ ਉੱਚੀਆਂ ਜਾਤਾਂ ਦੇ ਅਭਿਮਾਨੀਆਂ ਤੇ ਇੱਕ ਚੋਟ ਸੀ। ਜਾਂ ਕੀ ਛੋਟ ਜਗਤ ਕੋ ਲੱਗਦੀ ਹੈ, ਬਾਬਾ ਤਾਂ ਉਸੇ ਤੇ ਹੀ ਰੀਝਦਾ ਸੀ। ਬਾਬਾ ਨੀਵਿਆਂ ਨੂੰ ਉੱਚਾ ਅਤੇ ਮਰਦਾਨਾ ਬਣਾਉਣ ਆਇਆ ਸੀ। ਲੋਕੀ ਪੁੱਛਦੇ ਸਨ, ਗੁਰੂ ਨਾਨਕ ਜੀ ਕਿਉਂ ਆਏ? ਤਾਂ ਉਸ ਦਾ ਇੱਕ ਹੀ ਉੱਤਰ ਹੈ ਕਿ ਉਹ ਸਾਨੂੰ ਮਰਦਾਨਾ ਬਣਾਉਣ ਆਏ ਸਨ। ਅਕਲਾਂ ਵਾਲੇ ਦਾਨੇ ਤਾਂ ਬਹੁਤੇ ਮਿਲਣਗੇ, ਪਰ ਮਰਦਾਨਾ ਸੂਰਮਾ ਕੋਈ ਨਹੀਂ ਲੱਭਦਾ। ਇਸੇ ਤਰ੍ਹਾਂ ਜਦ ਇਹ ਪੁੱਛਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਉਂ ਆਏ, ਤਾਂ ਉਸ ਦਾ ਉੱਤਰ ਵੀ ਇੱਕ ਹੀ ਹੈ, ਉਹ ਸਾਨੂੰ ਬੰਦੇ ਬਣਾਉਣ ਆਏ ਸਨ। ਮਨੁੱਖ ਤਾਂ ਬਹੁਤੇ ਮਿਲ ਜਾਣਗੇ, ਪਰ ਇਨਸਾਨ ਅਤੇ ਬੰਦਾ ਲੱਭਣਾ ਮੁਸ਼ਕਿਲ ਹੈ। ਗੁਰੂ ਨਾਨਕ ਦੇਵ ਜੀ ਨੇ ਤਲਵੰਡੀ ਵਿਖੇ ਹੀ ਕੀਰਤਨ ਦੀ ਮਹੱਤਤਾ ਜਾਣ ਲਈ। ਉਹ ਕਿਰਤ ਅਤੇ ਕਿਰਤ ਜੋੜ ਰਹੇ ਸਨ। ਗੁਰੂ ਨਾਨਕ ਦੇਵ ਜੀ ਨੇ ਚਾਰੇ ਕਿੱਤੇ ਅਪਣਾਏ।
ਹੱਟੀ ਵੀ ਪਾਈ, ਖੇਤੀ ਵੀ ਕੀਤੀ, ਵਪਾਰ ਵੀ ਕੀਤਾ, ਨੌਕਰੀ ਵੀ ਕੀਤੀ। ਕੋਈ ਕਿੱਤਾ ਮਾੜਾ ਨਹੀਂ। ਹਰ ਕੰਮ ਕਰਦਿਆਂ ਹੀ ਕਾਦਰ ਨੂੰ ਪਾਇਆ ਜਾ ਸਕਦਾ ਹੈ। ਸੱਚਾ ਸੌਦਾ। 18 ਵਰ੍ਹਿਆਂ ਦੇ ਹੋਏ ਤਾਂ ਵਪਾਰ ਕਰਨ ਲੱਗੇ। ਚੂਹੜ ਕਾਣੇ ਦੀ ਮੰਡੀ ਲੂਣ ਦਾ ਵਪਾਰ ਕਰਨ ਜਾਇਆ ਕਰਦੇ ਸਨ। ਇੱਕ ਵਾਰੀ ਉੱਥੇ ਅਬਦਾਲਾਂ ਨੂੰ ਖਾਣਾ ਖਵਾ ਆਏ। ਮਹਿਤਾ ਕਾਲੂ ਜੀ ਨੇ ਜਦ ਗੁੱਸਾ ਕੀਤਾ ਤਾਂ ਆਪ ਜੀ ਨੇ ਇਹ ਹੀ ਕਿਹਾ, ਉਹ ਪਿਤਾ ਲਈ ਆਖਰਿਤ ਸਵਾਰ ਆਏ ਹਨ। ਅਬਦਾਲ ਅੱਲਾ ਦੇ ਕੀਰਤਨ ਨਾਲ ਜੁੜਨ ਵਾਲਿਆਂ ਦਾ ਇੱਕ ਸੂਫੀ ਤਬਕਾ ਸੀ। ਕਈਆਂ ਦਾ ਖਿਆਲ ਹੈ ਕਿ ਅਬਦਾਲੀ ਅਸਲ ਵਿੱਚ ਅਬਦ ਅਲੀ ਜੋ ਵਿਗਾੜ ਕੇ ਹੀ ਬਣਿਆ ਹੈ। ਖਲੀਫਾ ਰਸੂਲ ਅਲੀ ਮੁਰਤਜ਼ਾ ਅਤੇ ਈਮਾਨ ਲਿਆਉਣ ਵਾਲੇ ਲੋਕਾਂ ਨੂੰ ਅਬਦਾਲੀ ਕਹਿੰਦੇ ਸਨ। ਕਈਆਂ ਦਾ ਇਹ ਵਿਚਾਰ ਹੈ ਕਿ ਇਸ ਤਬਕੇ ਦੇ ਬਾਨੀ ਦਾ ਨਾਂ ਹੀ ਅਬਦਾਲ ਸੀ। ਕੁਝ ਵੀ ਹੋਵੇ, ਅਬਦਾਲ ਇਹ ਹੀ ਕਿਹਾ ਕਰਦੇ ਸਨ ਕਿ ਰਾਗ ਸਦ ਹੈ, ਅੱਲਾ ਵੱਲੋਂ ਰੂਹ ਨੂੰ ਰੂਹ ਦਾ ਜਵਾਬ ਹੈ। ਵਜਦ ਵਿੱਚ ਆ ਜਾਣਾ, ਗਸ਼ ਹੋ ਕੇ ਡਿੱਗ ਪੈਣਾ ਅਤੇ ਰੂਹ ਦਾ ਅੱਲਾ ਵਿੱਚ ਸਮਾ ਜਾਣਾ। ਇਹ ਹੀ ਕਾਰਨ ਲੱਗਦਾ ਹੈ ਕਿ ਜਿੱਥੇ ਬਾਬਾ ਨਾਨਕ ਜੀ ਆਪਣੇ ਆਪ ਨੂੰ ਸ਼ਾਇਰ ਕਹਿੰਦੇ ਹਨ, ਉੱਥੇ ਢਾਡੀ ਅਤੇ ਤਬਲਬਾਜ਼ ਕਹਿ ਕੇ ਬਹੁਤ ਖੁਸ਼ ਹੁੰਦੇ ਹਨ। ਇਸ ਲਈ ਵੀ ਉਹ ਮਰਦਾਨਾ ਨੂੰ ਸਾਥ ਰੱਖਦੇ ਸਨ। ਇੱਕ ਵਾਰੀ ਪੰਡਤ ਨਾਲ ਗੋਸ਼ਟ ਕਰਦੇ ਹੋਏ ਜਦ ਸ਼ਬਦ ਦੀ ਮਹਿਮਾ ਗਾਈ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਬਾਤਾਂ ਜੋ ਨਾਨਕ ਕਹਿੰਦਾ ਹੈ, ਸੀ ਬਾਤ ਹਮ ਵੇਦ ਸ਼ਸਤਰ ਮਹਿ ਤੇ ਵੀ ਕਭੇ ਨਾਹੀਂ ਸੁਣੀ। ਵੇਦ ਤਾਂ ਕਿਸੇ ਮਨੁੱਖ ਨੂੰ ਖੁਸ਼ ਕਰਨ ਜਾਂ ਸਰਾਪ ਦੇ ਡਰ ਤੋਂ ਹੀ ਲਿਖੇ ਗਏ ਹਨ ਅਤੇ ਇੱਥੇ ਹਰ ਗੱਲ ਪਰਮਾਤਮਾ ਦੀ ਹੀ ਸੀ। ਸੱਚ ਨਾਮ ਕਰਤਾ ਪੁਰਖ ਦੀ ਹੀ ਸੀ। ਪੰਡਿਤ ਦੀ ਸਮਝ ਤੋਂ ਇਹ ਗੱਲ ਉੱਚੀ ਸੀ ਕਿ ਜੇ ਕੋਈ ਉੱਚੀ ਜਾਤ ਵਿੱਚ ਜੰਮ ਕੇ ਫਿਰ ਜਾਤ ਦਾ ਅਹੰਕਾਰ ਛੱਡ ਕੇ ਉਸ ਨੂੰ ਚੇਤੇ ਰੱਖੇ, ਉਸ ਦਾ ਕਹਿਣਾ ਹੀ ਕੀ। ਪਰ ਜੇ ਕੋਈ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਪ੍ਰਭੂ ਦਾ ਭਗਤ ਬਣ ਜਾਏ ਤਾਂ ਬੇਸ਼ੱਕ ਉਹ ਮੇਰੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਪਹਿਨ ਲਏ। ਸ਼ਾਦੀ। 15 ਵਰ੍ਹਿਆਂ ਦੇ ਹੋਏ ਤਾਂ ਸ਼ਾਦੀ ਹੋਈ ਅਤੇ ਵਿਸਾਖੀ ਵਾਲੇ ਦਿਨ ਹੀ ਕੁੜਮਾਈ ਆਈ। ਸ਼ਾਦੀ ਬਟਾਲੇ ਹੋਈ। ਉਹਨਾਂ ਦੇ ਸਹੁਰਾ ਭਾਈ ਮੂਲਾ ਜੀ ਬਟਾਲਾ ਦੇ ਰਹਿਣ ਵਾਲੇ ਸਨ ਅਤੇ ਉਹਨਾਂ ਦੀ ਵੱਡੀ ਬੱਚੀ ਦਾ ਨਾਂ ਸੁਲੱਖਣੀ ਸੀ। ਸੋ ਬਰਾਤ ਬਟਾਲੇ ਹੀ ਗਈ। ਬਰਾਤ ਵਿੱਚ ਹਰ ਜਾਤ ਦੇ ਲੋਕੀ ਆਏ ਅਤੇ ਸਾਰਿਆਂ ਨੇ ਇੱਕ ਥਾਂ ਹੀ ਖਾਣਾ ਖਾਧਾ। ਜਨਮ ਵਿਸਾਖੀ ਵਾਲੇ ਇਸ ਗੱਲ ਨੂੰ ਉਚੇਚ ਕਰ ਲਿਖਦੇ ਹਨ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਹੈ। ਉਸ ਦਾ ਕਾਰਨ ਇਹ ਲੱਗਦਾ ਹੈ ਕਿ ਮਰਿਆਦਾ ਪੁਰਸ਼ੋਤਮ ਰਾਮ ਜੀ ਦੀ ਜਦ ਸ਼ਾਦੀ ਹੋਈ ਤਾਂ ਹਰ ਜਾਤ ਵਾਲੇ ਨੂੰ ਅੱਡ-ਅੱਡ ਖਾਣਾ ਖੁਆਇਆ ਗਿਆ ਅਤੇ ਵੱਖ-ਵੱਖ ਅਸਥਾਨਾਂ ਤੇ ਟਿਕਾਇਆ ਗਿਆ ਸੀ। ਉੱਤਮ ਨੀਚ ਲਘੂ ਨਿਜ ਨਿਜ ਥਲ ਅਨੁਹਰੀ। ਤੁਲਸੀ ਨੇ ਲਿਖਿਆ ਹੈ, ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਸਾਰੇ ਹੀ ਇੱਕੋ ਥਾਂ ਪ੍ਰਸ਼ਾਦਾ ਛਕਣਗੇ। ਰੀਤਾਂ ਰਸਮਾਂ ਤੋਂ ਉੱਚੇ ਹੋ ਕੇ ਵਿਆਹ ਕਰਵਾਇਆ। ਮਿਹਰਬਾਨ ਦੀ ਜਨਮ ਵਿਸਾਖੀ ਵੀ ਇਸੇ ਗੱਲ ਦੀ ਗਵਾਹੀ ਦਿੰਦੀ ਹੈ ਕਿ ਵਿਆਹ ਵੇਲੇ ਵੈਦਿਕ ਰਸਮਾਂ ਨਹੀਂ ਹੋਈਆਂ ਅਤੇ ਨਿਰੋਲ ਕੀਰਤਨ ਹੀ ਕੀਤਾ ਗਿਆ ਸੀ। ਸ਼੍ਰੀ ਗੁਰੂ ਪਰ ਪ੍ਰੇਮ ਪ੍ਰਕਾਸ਼ ਅਨੁਸਾਰ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਗੁਰਪ੍ਰਸਾਦ। ਲਿਖ ਕੇ ਚੌਂਕੀ ਤੇ ਰੱਖ ਫੇਰੇ ਲਏ। ਮਹਿਮਾ ਪ੍ਰਕਾਸ਼ ਨੇ ਸਾਖੀ ਬਾਬਾ ਨਾਨਕ ਜੀ ਕੇ ਵਿਹਾਰ ਕੀ ਵਿੱਚ ਲਿਖਿਆ ਹੈ ਕਿ ਜਦ ਆਪ ਜੀ ਬਰਾਤ ਲੈ ਕੇ ਚੜ੍ਹੇ ਸਨ ਤਾਂ ਪੱਗ ਸਿਰ ਤੇ ਖੂਬ ਸਜ ਰਹੀ ਸੀ। ਸਿਰ ਪਾਗ ਬਸਤਰ ਧਾਗਾ। ਸ਼ਾਦੀ ਪਿੱਛੋਂ ਵੀ ਗ੍ਰਹਿਸਤ ਵਿੱਚ ਖੱਚਤ ਨਾ ਹੋਏ। ਮਾਤਾ ਤ੍ਰਿਪਤਾ ਨੇ ਇੱਕ ਦਿਨ ਕਿਹਾ ਵੀ ਬੱਚਾ ਤੇਰਾ ਜੀਓ ਕਿੱਥੇ ਹੈ? ਤੂੰ ਅੱਠੇ ਪਹਿਰ ਕਿਤ ਧਿਆਨ ਹੁੰਦਾ ਹੈ? ਸੱਚ ਆਖ। ਜਦ ਸੱਚ ਆਖ ਕਿਹਾ ਤਾਂ ਗੁਰੂ ਨਾਨਕ ਦੇਵ ਜੀ ਬੋਲੇ, ਹਰ ਬਿਨ ਜੀਅਰਾ ਰਹਿ ਨਾ ਸਕੇ ਖਿਨ ਸਤਿਗੁਰ ਬੂਝ ਬੁਝਾਈ। ਮਾਤਾ ਜੀ ਨੇ ਉਸ ਸਮੇਂ ਬੜੀ ਸੁੰਦਰ ਗੱਲ ਕਹੀ, ਬੇਟਾ ਮਾਤਾ ਪਿਤਾ ਪਰਮੇਸ਼ਰ ਹੀ ਕੇ ਕੀਤੇ ਹੋਏ ਹਨ। ਸੰਸਾਰ ਦੇ ਭਾਈ ਭਤੀਜੇ ਵੀ ਪਰਮੇਸ਼ਰ ਦੇ ਹੀ ਹਨ। ਇਸਤਰੀ ਵੀ ਤੇਰੇ ਪਿੱਛੇ ਪਰਮੇਸ਼ਰ ਨੇ ਹੀ ਲਗਾਈ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਇਹ ਠੀਕ ਹੈ ਅਤੇ ਗ੍ਰਹਿਸਤ ਵੀ ਇਸੇ ਲਈ ਹੀ ਕੀਤਾ ਹੈ, ਪਰ ਸੁੱਖ ਉਸ ਸਮੇਂ ਮਿਲਦਾ ਹੈ ਜਦ ਉਸ ਨੂੰ ਨਿਹਾਲਾਂ ਅਤੇ ਉਸ ਦੇ ਧਿਆਨ ਵਿੱਚ ਰਹਾਂ ਤਾਂ ਹੀ ਜੀਵਦਾ ਹਾਂ। ਮਾਤਾ ਜੀ ਨੇ ਸਪਸ਼ਟੀਕਰਨ
ਮੰਗਦੇ ਕਿਹਾ, ਅਸੀਂ ਤਾਂ ਇਹ ਸੁਣਦੇ ਆਏ ਹਾਂ ਕਿ ਉਹ ਦੂਰ ਹੈ, ਪਰ ਤੁਸਾਂ ਪਾਸ ਹੀ ਖੜੇ ਕਹਿੰਦੇ ਹੋ। ਗੁਰੂ ਨਾਨਕ ਜੀ ਨੇ ਫਰਮਾਇਆ, ਇਹ ਹਉਮੈ ਜੋ ਮਿਟਾਏ ਦੂਰ ਕਰੇ, गुर के शब्द समाए जाए, जैसा शब्द गुरु का कहता है, अर साहेब भी उसे ही कहिए लगता है। उस ते साहिब विच भेत नहीं हुंदा। उदासी का कारण यह है कि परमेश्वर दा लोक कोई नहीं मिलता जिस साथ परमेश्वर जी कियां बातां करां। रोग दा दारू। तलवंडी विच ही हकीम अते वैद नूं भी जीवन तत्त समझाया, जिवें पांधे नूं पट्टी लिख समझाया सी। ओह ऐसा पंध पाए जिस ते तुर के चाटखे गुरमुख हो सकण, अते हरदास ना दे वैद नूं कहा कि ठीक इलाज ਉਹ ही कर सकेगा जो पहला रोग पछाणन दी जुरत रखदा है। दुनिया विच दो ही रोग हन, एक पित्त अते दूजा वाओ। कुछ लोग आफर आफर फिरदे हन अते कुछ क्रोधी होए अपने अते दूजे दा तन मन साड़ी रखदे हन। सो वैद दी दवाई नाल वल होना एक भरम है। बीमारी तां आत्मा है, असल रोग खसम दा विसरना है। रोगी तां मन है, इते इलाज भी उसे दा ही होना चाहिदा है। दवाई दसदे होए कहा कि दुनिया विच दुख कलेश जहर न्यायी हन, पर यह जहर दा कुश्ता बनाउण लई परमात्मा दा नाम जड़ी बूटी दी थां वरतिया जाए। यह कुश्ते नूं पीहण लई संतोख दी सिला बनाई जाए अते दान नूं अपने हत्थ विच पीहण वाला पत्थर दा वट्टा बना लिया जाए अते यह कुश्ता जे सदा खाया जाए तां मनुख मौत नूं जित लवेगा, डरां तो बच सकेगा। फिर दसदा है कि दुनिया दा राज धन पदार्थ अते जवानी दे नशे ने अखां अगे हनेरा लै आंदा है। ਇਹ ਸਾਰੇ ਤਾਂ ਪਰਛਾਵੇਂ ਹਨ। ਜਦੋਂ ਸੂਰਜ ਚੜ੍ਹਦਾ ਹੈ ਤਾਂ ਇਹਨਾਂ ਦੀ ਅਸਲ ਕੀਮਤ ਦਿਸ ਪੈਂਦੀ ਹੈ। ਮਨੁੱਖ ਜਗਤ ਵਿੱਚ ਹੁੰਦਿਆਂ ਤਿੰਨ ਮਾਣ ਕਰਦਾ ਹੈ। ਇੱਕ ਉਸ ਨੂੰ ਜਵਾਨੀ ਦਾ ਮਾਣ ਹੈ, ਦੂਜਾ ਆਪਣੇ ਨਾਮ ਅਤੇ ਨਾਮਣੇ ਦਾ ਅਤੇ ਤੀਜਾ ਉੱਚੀ ਜਾਤੀ ਦਾ। ਪਰ ਪ੍ਰਭੂ ਦੇ ਦਰ ਨਾ ਨਾਮ, ਨਾ ਸਰੀਰ ਅਤੇ ਨਾ ਹੀ ਉੱਚ ਜਾਤ ਕਬੂਲ ਹੁੰਦੇ ਹਨ, ਕਿਉਂਕਿ ਉਸ ਦੀ ਹਜ਼ੂਰੀ ਵਿੱਚ ਗਿਆਨ ਦਾ ਦਿਨ ਚੜ੍ਹਿਆ ਹੁੰਦਾ ਹੈ ਅਤੇ ਇੱਥੇ ਦੁਨੀਆ ਵਿੱਚ ਮਾਇਆ ਦੇ ਮੋਹ ਦੀ ਰਾਤ ਪਈ ਹੁੰਦੀ ਹੈ। ਇੱਕ ਵਾਰੀ ਸਾਰੇ ਪਰਿਵਾਰ ਨੇ ਪੁੱਛਿਆ ਕਿ ਉਸ ਨੂੰ ਹਰ ਸਮੇਂ ਕਿਵੇਂ ਯਾਦ ਕਰੀਏ ਤਾਂ ਕੁਝ ਸਮਾਂ ਤਾਂ ਛੁੱਟ ਹੀ ਜਾਂਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਦਾ ਉੱਤਰ ਸੀ, ਜੇ ਬੰਬੀਹੇ ਨੂੰ ਕਹੀਏ ਤੂੰ ਅਬ ਨਾ ਬੋਲ, ਘੜੀ ਪਹਿਰ ਦੋ ਪਹਿਰ ਤੀਕਣ ਬੋਲ, ਤਾਂ ਕਿ ਉਹ ਬੋਲਣ ਤੋਂ ਰਹਿ ਜਾਵੇਗਾ, ਉਹ ਕਦੇ ਨਹੀਂ ਹਟੇਗਾ। ਸੋ ਪਰਮੇਸ਼ਵਰ ਨੂੰ ਸਦਾ ਯਾਦ ਰੱਖਣ ਵਿੱਚ ਹੀ ਸਾਰੇ ਸੁੱਖ ਹਨ। ਜਦ ਸਾਰੀ ਤਲਵੰਡੀ ਨੇ ਧਰਮ ਦਾ ਮਾਰਗ ਪੁੱਛਿਆ ਤਾਂ ਆਪ ਜੀ ਨੇ ਕਿਹਾ ਕਿ ਸਾਰੀਆਂ ਬਿਮਾਰੀਆਂ ਹਿੰਮੇ ਤੋਂ ਹੀ ਹੁੰਦੀਆਂ ਹਨ, ਹਿੰਮੇ ਦੂਰ ਹੋ ਸਕਦੀ ਹੈ। ਐਸਾ ਪੇੜ ਲਗਾਉਣ ਨਾਲ ਕਰਮ ਪੇੜ ਸਾਖਾਂ ਹਰੀ, ਧਰਮ ਫਲ ਫੁੱਲ ਗਿਆਨ, ਪਤ ਪ੍ਰਾਪਤੀ ਸ਼ਾਮ ਘਣੀ, ਚੂਕਾ ਮਨ ਅਭਿਮਾਨ। ਜਿਸ ਦਾ ਭਾਵ ਹੈ ਹਿੰਮੇ ਭੁਲਾਉਣ ਵਾਲੇ ਕੰਮ ਕਰਨ ਨਾਲ ਹਿਰਦੇ ਅੰਦਰ ਇੱਕ ਰੁੱਖ ਉੱਗ ਪਵੇਗਾ, ਜਿਸ ਨੂੰ ਹਰ ਨਾਮ ਸਿਮਰਨ ਦੀਆਂ ਟਹਿਣੀਆਂ ਫੁੱਟ ਪੈਣਗੀਆਂ ਅਤੇ ਜੀਵਨ ਧਰਮ ਮਈ ਹੋ ਜਾਵੇਗਾ ਅਤੇ ਪ੍ਰਭੂ ਨੂੰ ਠੀਕ ਪਛਾਣਨ ਵਾਲਾ ਫੁੱਲ ਲੱਗੇਗਾ। ਪਰਮਾਤਮਾ ਦੀ ਪ੍ਰਾਪਤੀ ਦੇ ਪੱਤਰ ਉੱਗ ਪੈਣਗੇ ਅਤੇ ਨਿਰਮਾਨਤਾ ਉਸ ਰੁੱਖ ਦੀ ਠੰਡੀ ਛਾਂ ਹੋਵੇਗੀ। ਪ੍ਰਤਿਭਾ। 27 ਵਰ੍ਹਿਆਂ ਦੇ ਹੋਏ ਤਾਂ ਆਪ ਜੀ ਨੇ ਸਰੂਪ ਬਾਰੇ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਨਾਮ ਦਾਨ ਇਸ਼ਨਾਨ ਭਾਵ ਰੱਬ ਵੱਲ ਮੂੰਹ, ਲੋਕਾਂ ਦੀ ਭਲਾਈ ਦੇ ਕੰਮ ਅਤੇ ਕੀਰਤਨ ਵਿੱਚ ਮਗਨ ਰਹਿੰਦੇ, ਗੁਰਮੁਖ ਗਿਆਨ, ਗੁਰੂ ਜੀ ਦਾ ਧਿਆਨ, ਸ਼ਿਵ ਸੰਜਮ ਸੁਰਤ ਉਪਜੀ, ਸੱਚ ਸੰਤੋਖ ਉਪਜਿਆ, ਇਤ ਜੁਗਤ ਉਪਜੀ, ਸੁਕ੍ਰਿਤ ਉਪਜਿਆ ਅਤੇ ਕੁਬਿੱਦ ਬਿਨਸੀ। ਅਗਲਾ ਪਿੜ ਮੱਲਣਾ ਜ਼ਰੂਰੀ ਸੀ। ਬਾਬਾ ਸ਼੍ਰੀ ਚੰਦ ਜੀ ਅਤੇ ਲਖਮੀ ਚੰਦ ਜੀ ਦਾ ਜਨਮ। ਬਾਬਾ ਸ਼੍ਰੀ ਚੰਦ ਜੀ ਦਾ ਜਨਮ
1596 ਈਸਵੀ ਨੂੰ ਹੋਇਆ ਅਤੇ ਠੀਕ 2 ਸਾਲ ਉਪਰੰਤ ਬਾਬਾ ਲਖਮੀ ਚੰਦ ਜੀ ਦਾ ਜਨਮ ਹੋਇਆ। ਜਦ ਗੁਰੂ ਜੀ 32 ਵਰ੍ਹਿਆਂ ਦੇ ਹੋਏ ਤਾਂ ਭਾਈ ਜੈ ਰਾਮ ਜੀ, ਜੋ ਗੁਰੂ ਨਾਨਕ ਦੇਵ ਜੀ ਦੇ ਭਣਵੱਈਏ ਸਨ, ਸੁਲਤਾਨਪੁਰ ਤੋਂ ਲੈਣ ਲਈ ਆਏ। ਆਪ ਜੀ ਨੇ ਸੁਲਤਾਨਪੁਰ ਜਾਣਾ ਮੰਨ ਲਿਆ। ਜਦ ਆਪ ਜਾਣ ਲੱਗੇ ਤਾਂ ਮਾਤਾ ਸੁਲੱਖਣੀ ਜੀ ਨੇ ਨਾਲ ਹੀ ਜਾਣ ਦੀ ਬੇਨਤੀ ਕੀਤੀ, ਤਾਂ ਜੋ ਉੱਤਰ ਵਿੱਚ ਆਪ ਜੀ ਨੇ ਦਿੱਤਾ ਉਹ ਬਾਬੇ ਨਾਨਕ ਦਾ ਗ੍ਰਹਿਸਤੀ ਸਰੂਪ ਪ੍ਰਗਟਾਉਣ ਲਈ ਕਾਫੀ ਹੈ। ਆਪ ਜੀ ਨੇ ਕਿਹਾ, ਪਰਮੇਸ਼ਰ ਕੀਏ ਸੁਲੱਖਣੀਏ, ਹੁਣ ਤਾਂ ਮੈਂ ਜਾਂਦਾ ਹਾਂ। ਜੇ ਮੇਰੇ ਰੁਜ਼ਗਾਰ ਦੀ ਕਾਈ ਬਣਸੀ ਤਾਂ ਸਦਾਏ ਲੈਸਾਂ। ਤੂੰ ਆਗਿਆ ਮੰਨ ਲੈ, ਭੈਣ ਤੇ ਭਾਰਾ ਪਾਉਣਾ ਠੀਕ ਨਹੀਂ। ਗ੍ਰਹਿਸਤੀ ਮਹਿ ਵੱਡਾ ਗ੍ਰਹਿਸਤੀ। ਮਾਤਾ ਸੁਲੱਖਣੀ ਜੀ ਨੇ ਵੀ ਬੜੇ ਭਾਵਪੂਰਤ ਬਚਨ ਕਹੇ ਸਨ। ਮਾਤਾ ਜੀ ਨੇ ਕਿਹਾ, ਜੋ ਜੀ ਤੁਸੀਂ ਘਰ ਬੈਠੇ ਹੋਏ ਆਹੇ ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਾਤਸ਼ਾਹੀ ਹੁੰਦੀ ਹੈ। ਜਦੋਂ ਮੋਦੀਖਾਨੇ ਦੇ ਪ੍ਰਬੰਧਕ ਥਾਪੇ ਗਏ ਤਾਂ ਪਹਿਲਾ ਕੰਮ ਆਪ ਜੀ ਨੇ ਇਹ ਹੀ ਕੀਤਾ ਕਿ ਮਰਦਾਨਾ ਜੀ ਨੂੰ ਭੇਜ ਕੇ ਬੱਚੇ ਅਤੇ ਘਰਵਾਲੀ ਸੁਲਤਾਨਪੁਰ ਸਦਵਾ ਲਏ। ਮਾਤਾ ਸੁਲੱਖਣੀ ਜੀ ਨੇ ਵੀ ਗੁਰੂ ਜੀ ਵਾਲਾ ਸੁਭਾਅ ਪਾ ਲਿਆ। ਘਰੋਂ ਕਿਸੇ ਨੂੰ ਖਾਲੀ ਨਾ ਜਾਣ ਦਿੰਦੇ। ਜਾਚਕ ਸ਼ੁਸ਼ੋ ਕੋ ਨਾ ਸਿਧਾਵਾਂ। ਜਦ ਸੁਲਤਾਨਪੁਰ ਜਾਣ ਲੱਗੇ ਤਾਂ ਰਾਏ ਬੁਲਾਰ ਨੇ ਕਿਹਾ ਕਿ ਉਸ ਦੇ ਲਾਇਕ ਕੋਈ ਟਹਿਲ ਹੋਵੇ ਤਾਂ ਆਗਿਆ ਕਰੋ। ਤਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਮੈਂ ਤੁਹਾਨੂੰ ਇੱਕੋ ਸਲਾਹ ਦਿੰਦਾ ਹਾਂ, ਜੇ ਮੰਨੋ ਤਾਂ ਉਹ ਇਹ ਹੈ, ਜਿੱਥੇ ਤੁਹਾਡਾ ਆਪਣਾ ਜ਼ੋਰ ਨਾ ਚੱਲੇ ਉੱਥੇ ਹਲੀਮੀ ਸਹਿਤ ਅੱਲਾ ਨੂੰ ਪੁਕਾਰੋ। ਰਾਏ ਬੁਲਾਰ ਨੇ ਵੀ ਉਸ ਸਥਾਨ ਨੂੰ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੀ ਧਰਮ ਸਥਾਨ ਬਣਾ ਦਿੱਤਾ ਅਤੇ ਮਹਿਤਾ ਜੀ ਲਈ ਅਲੱਗ ਹਵੇਲੀ ਉਸਾਰ ਦਿੱਤੀ। ਸਭ ਤੋਂ ਵੱਡੀ ਗੱਲ, ਹਰ ਜਨਮ ਦਿਨ ਤੇ ਲੰਗਰ ਲਗਾਉਂਦਾ, ਤੋਪਾਂ ਦੀ ਸਲਾਮੀ ਲੈਂਦਾ ਅਤੇ ਕਾਗਜ਼ਾਂ ਵਿੱਚ ਪਿੰਡ ਦਾ ਨਾਮ ਨਨਕਾਣਾ ਸਾਹਿਬ ਕਰ ਦਿੱਤਾ। ਮਾਲੀਏ ਦਾ 10ਵਾਂ ਹਿੱਸਾ ਲੋਕਾਂ ਵਿੱਚ ਵੰਡਦਾ ਸੀ। ਗੁਰੂ ਨਾਮ ਧਨ ਲੰਗਰ ਲਾਇਓ, ਕਰ ਕੋ 10ਵੇਂ ਬਾਟਾ ਪਾਇਓ। ਰਾਏ ਬੁਲਾਰ ਬਾਰੇ ਲਿਖਣਾ ਇਹ ਕੁਥਾਂ ਨਹੀਂ ਹੋਵੇਗਾ ਕਿ ਉਹ ਨਵਾਬ ਦੌਲਤ ਖਾਂ ਦਾ ਸਹੁਰਾ ਸੀ। ਅੱਜ ਅਸੀਂ ਬਲਿਓ ਚਿਰਾਗ ਕਿਤਾਬ ਦੇ 41 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।